ਸਤਿ ਸ਼੍ਰੀ ਅਕਾਲ। ਮੈਂ ਜਤਿੰਦਰ ਸਿੰਘ ਖਹਿਰਾ ਟੀਵੀ ਪੰਜਾਬ ਦੇ ਇਸ ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਆਓ ਨਿਗਾਹ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਦੇਸ਼ 'ਚ ਕੋਰੋਨਾ ਦਾ ਪ੍ਰਕੋਪ ਜਾਰੀ। ਪਿਛਲੇ 24 ਘੰਟਿਆਂ ਦੌਰਾਨ 2,57,299 ਨਵੇਂ ਕੇਸ ਆਏ ਸਾਹਮਣੇ। 4,194 ਲੋਕਾਂ ਦੀ ਮੌਤ। ਵੈਕਸੀਨ ਦੀ ਕਮੀ ਕਾਰਨ ਦਿੱਲੀ 'ਚ 18+ ਦਾ ਟੀਕਾਕਰਨ ਹੋਵੇਗਾ ਬੰਦ। ਰਾਜੇਵਾਲ ਨੇ ਘੇਰੇ ਕਿਸਾਨ ਅੰਦੋਲਨ ਨੂੰ ਕੋਰੋਨਾ ਸੁਪਰ ਸਪਰੈਡਰ ਦੱਸਣ ਵਾਲੇ ਭਾਜਪਾ ਲੀਡਰ। ਰਾਜੇਵਾਲ ਨੇ ਕਿਹਾ, ਕੋਰੋਨਾ ਨਾਲ ਨਜਿੱਠਣ ਲਈ ਕਿਸਾਨਾਂ ਦੀ ਸਰਕਾਰ ਤੋਂ ਵੱਧ ਤਿਆਰੀ। ਖੇਤੀ ਕਾਨੂੰਨ ਰੱਦ ਕਰਨ ਲਈ ਸਰਕਾਰ ਨੂੰ ਦੁਬਾਰਾ ਗੱਲਬਾਤ ਸ਼ੁਰੂ ਕਰਨ ਨੂੰ ਕਿਹਾ। ਤ੍ਰਿਪਤ ਰਜਿੰਦਰ ਬਾਜਵਾ ਦੇ ਬਿਆਨ ਤੇ ਭੜਕੇ ਪੰਜਾਬ ਦੇ ਕਿਸਾਨ। ਕਈ ਥਾਈਂ ਫੂਕੇ ਬਾਜਪਾ ਤੇ ਸਰਕਾਰ ਦੇ ਪੁਤਲੇ। ਬਾਜਵਾ ਨੇ ਪਿੰਡਾਂ 'ਚ ਕੋਰੋਨਾ ਵਧਣ ਦਾ ਭਾਂਡਾ ਭੰਨਿਆ ਸੀ ਕਿਸਾਨਾਂ ਸਿਰ। ਨਵਜੋਤ ਸਿੰਘ ਸਿੱਧੂ ਨੇ ਦਿੱਤੀ ਕੈਪਟਨ ਨੂੰ ਇੱਕ ਹੋਰ ਚੁਣੌਤੀ। ਸਿੱਧੂ ਨੇ ਕਿਹਾ ਕਿ ਜੇਕਰ ਉਨ੍ਹਾਂ ਕਿਸੇ ਹੋਰ ਪਾਰਟੀ ਦੇ ਆਗੂ ਨਾਲ ਮੁਲਾਕਾਤ ਕੀਤੀ ਤਾਂ ਕੈਪਟਨ ਕਰਨ ਇਸ ਨੂੰ ਸਾਬਤ। ਸਿੱਧੂ ਮੁਤਾਬਕ ਕਾਂਗਰਸ ਛੱਡਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ। ਅਤੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਆਪਣੇ ਹਲਕੇ 'ਚ ਨਸ਼ਾ ਵਿਕਣ ਦਾ ਕੀਤਾ ਖੁਲਾਸਾ। ਰਾਣਾ ਮੁਤਾਬਕ ਪੰਜਾਬ ਦੇ 2 ਪੁਲਿਸ ਮੁਲਾਜ਼ਮ ਵੀ ਨਸ਼ਾ ਤਸਕਰੀ 'ਚ ਸ਼ਾਮਲ। ਤੇ ਹੁਣ ਖਬਰਾਂ ਵਿਸਥਾਰ ਨਾਲ। ਦੇਸ਼ 'ਚ ਕੋਰੋਨਾ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਪਿਛਲੇ 24 ਘੰਟਿਆਂ 'ਚ 2,57,299 ਨਵੇਂ ਮਾਮਲੇ ਆਉਣ ਨਾਲ ਪੀੜਤਾਂ ਦਾ ਅੰਕੜਾ ਵੱਧ ਕੇ 2,62,99,290 ਹੋ ਗਿਆ। ਇਸ ਦੌਰਾਨ 4,194 ਮਰੀਜ਼ਾਂ ਦੀ ਜਾਨ ਗਵਾ ਬੈਠੇ ਹਨ ਅਤੇ ਇਸ ਬਿਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 2,95,552 ਹੋ ਗਈ ਹੈ। ਰਾਹਤ ਦੀ ਗੱਲ ਇਹ ਹੈ ਕਿ ਇੱਕ ਦਿਨ 'ਚ 3,57,630 ਮਰੀਜ਼ ਸਿਹਤਯਾਬ ਵੀ ਹੋਏ ਨੇ। ਦੇਸ਼ ਵਿੱਚ ਹੁਣ ਤੱਕ 19,33,72,819 ਕੋਰੋਨਾ ਵੈਕਸੀਨ ਲਗਾਈ ਜਾ ਚੁੱਕੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪ੍ਰੈਸ ਕਾਨਫਰੰਸ ਜ਼ਰੀਏ ਦਿੱਲੀ ਵਿੱਚ ਕੋਰੋਨਾ ਦੀ ਸਥਿਤੀ ਅਤੇ ਵੈਕਸੀਨ ਦੀ ਕਮੀ ਸੰਬੰਧੀ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਦਿੱਲੀ ਵਿੱਚ ਐਤਵਾਰ ਤੋਂ 18+ ਦਾ ਟੀਕਾਕਰਨ ਬੰਦ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਸੁਝਾਅ ਦਿੱਤੇ ਕਿ ਕਿਵੇਂ ਵੈਕਸੀਨ ਦੀ ਮਾਤਰਾ ਨੂੰ ਵਧਾਇਆ ਜਾ ਸਕਦਾ ਹੈ। मुझे बेहद दुख है कि हमें वैक्सीन ख़त्म होने के कारण युवाओं के वैक्सीनेशन सेंटर्स बंद करने पड़ रहे हैं। हमने केंद्र सरकार को भी लिख के बताया है। केंद्र से हमने और वैक्सीन मांगी है। जैसे ही हमें और वैक्सीन मिलेगी हम फिर से ये सेंटर शुरू कर देंगे। केंद्र सरकार को मेरे 4 सुझाव हैं। पहला, भारतीय बायोटेक कंपनी जो कोवैक्सीन बनाती है वो अपनी वैक्सीन का फॉर्मूला दूसरी कंपनियों को देने को तैयार हो गई है। देश में वैक्सीन बनाने वाली ढेरों कंपनियां हैं। केंद्र सरकार तुरंत उन सभी कंपनियों को बुलाए और उन्हें आदेश दे, उनसे रिक्वेस्ट ना करे, उन्हें आदेश दे कि वे सभी कंपनियां युद्ध स्तर पर समयबद्ध तरीके से वैक्सीन बनाना तुरंत चालू करें। दूसरा सुझाव, सभी विदेशी वैक्सीन, जितनी विदेशी वैक्सीन है उनको भारत में इस्तेमाल करने की तुरंत इजाज़त दी जाए। ये भी 24 घंटे में होना चाहिए। तीसरा सुझाव, कुछ देश ऐसे हैं, पढ़ने में आ रहा है मीडिया में, कि जिन्होंने ज़रूरत से ज़्यादा वैक्सीन जमा कर रखी है। उनकी जनसंख्या जितनी है उसके हिसाब से उनको जितनी वैक्सीन चाहिए उससे कहीं ज़्यादा वैक्सीन वो स्टोर करके बैठे हैं। उनसे भारत सरकार को वैक्सीन लेने के लिए गुजारिश करनी चाहिए, प्रार्थना करनी चाहिए। और चौथा सुझाव, ये जितने विदेशी कंपनियां वैक्सीन उत्पादक हैं उन्हें भारत में वैक्सीन उत्पादन करने की भी तुरंत अनुमति दी जाए। अंत में मेरा केंद्र सरकार से यही अनुरोध है कि दिल्ली को तुरंत वैक्सीन उपलब्ध करवाई जाए ताकि हम फिर से वैक्सीन लगाना चालू करें, अपने वैक्सीनेशन सेंटर खोलें और दिल्ली का वैक्सीन का कोटा भी बढ़ाया जाए। ਸੀਨੀਅਰ ਕਿਸਾਨ ਨੇਤਾ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨ ਅੰਦੋਲਨ ਨੂੰ ਕੋਰੋਨਾ ਦਾ ਸੁਪਰ ਸਪਰੈਡਰ ਦੱਸਣ ਵਾਲੇ ਭਾਜਪਾ ਲੀਡਰਾਂ ਨੂੰ ਲੰਬੇ ਹੱਥੀ ਲਿਆ। ਰਾਜੇਵਾਲ ਨੇ ਚੰਡੀਗੜ੍ਹ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੋਰੋਨਾ ਨਾਲ ਨਜਿੱਠਣ ਲਈ ਕਿਸਾਨਾਂ ਦੀ ਤਿਆਰੀ ਸਰਕਾਰ ਨਾਲੋਂ ਕਿਤੇ ਵੱਧ ਹੈ। ਕਿਸਾਨਾਂ ਨੇ ਸਿੰਘੂ ਬਾਰਡਰ ਤੇ ਹਸਪਤਾਲ ਬਣਾਇਆ ਹੈ ਅਤੇ ਆਕਸੀਜਨ ਦਾ ਇੰਤਜ਼ਾਮ ਵੀ ਕੀਤਾ ਹੈ। ਇਸ ਦੇ ਨਾਲ ਹੀ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਕਿਸਾਨਾਂ ਨਾਲ ਗੱਲਬਾਤ ਮੁੜ ਸ਼ੁਰੂ ਕੀਤੀ ਜਾਵੇ। ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨੇ ਤਾਂ ਕਿ ਉਹ ਆਪਣੇ ਘਰਾਂ ਨੂੰ ਪਰਤ ਸਕਣ। ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਬਲਵੀਰ ਸਿੰਘ ਰਾਜੇਵਾਲ ਦਾ ਕਹਿਣਾ ਹੈ ਕਿ ਦਿੱਲੀ ਦੀਆਂ ਸਰਹੱਦਾਂ ਉੱਤੇ ਅੰਦੋਲਨ ਕਰ ਰਹੇ ਕਿਸਾਨਾਂ ਕਾਰਨ ਕੋਰੋਨਾ ਨਹੀਂ ਫੈਲ ਰਿਹਾ। ਚੰਡੀਗੜ੍ਹ ਵਿਖੇ ਮੀਡੀਆ ਨਾਲ ਗੱਲਬਾਤ ਕਰ ਰਹੇ ਰਾਜੇਵਾਲ ਮੁਤਾਬਕ ਕਿਸਾਨ ਅੰਦੋਲਨ ਨੂੰ ਸੁਪਰ ਸਪਰੈਡਰ ਦੱਸਣਾ ਗਲਤ ਹੈ। ਉਹਨਾਂ ਨੇ ਕਿਹਾ ਕਿ ਮੋਰਚੇ ਉੱਤੇ ਕੋਰੋਨਾ ਤੋਂ ਬਚਾਅ ਦੇ ਜਿਹੜੇ ਉਪਰਾਲੇ ਸਾਡੇ ਵੱਲੋਂ ਕੀਤੇ ਗਏ ਨੇ ਉਸ ਤਰ੍ਹਾਂ ਦੇ ਬੰਦੋਬਸਤ ਤਾਂ ਸਰਕਾਰ ਨੇ ਵੀ ਨਹੀਂ ਕੀਤੇ। ਕਿਸਾਨਾਂ ਵੱਲੋਂ ਸਿੰਘੂ ਬਾਰਡਰ ਤੇ 10 ਬਿਸਤਰਿਆਂ ਦਾ ਹਸਪਤਾਲ ਬਣਾਇਆ ਗਿਆ ਅਤੇ ਆਕਸੀਜਨ ਦੇ ਸਿਲੰਡਰ ਵੀ ਰੱਖੇ ਗਏ ਨੇ। ਉੱਥੇ ਬਜ਼ੁਰਗਾਂ ਨੂੰ ਅਤੇ ਹੋਰ ਸਾਰਿਆਂ ਨੂੰ ਕਾੜੇ ਅਤੇ ਦਵਾਈਆਂ ਹਰ ਰੋਜ਼ ਵੰਡੀਆਂ ਜਾਂਦੀਆਂ ਨੇ।
ਰਾਜੇਵਾਲ ਨੇ ਕਿਹਾ ਕਿ 20 ਦਿਨ ਪਹਿਲਾਂ ਸੋਨੀਪਤ ਪ੍ਰਸ਼ਾਸਨ ਨੇ ਸਾਡੇ ਨਾਲ ਸੰਪਰਕ ਕੀਤਾ ਕਿ ਅਸੀਂ ਟੀਕਾਕਰਨ ਕਰਨਾ ਚਾਹੁੰਦੇ ਹਾਂ, ਪਰ ਅੱਜ 20 ਦਿਨਾਂ ਬਾਅਦ ਵੀ ਕੋਈ ਡਾਕਟਰ ਉੱਥੇ ਟੀਕਾ ਲਾਉਣ ਨਹੀਂ ਪਹੁੰਚਿਆ। ਸਾਡੇ ਜਿਹੜੇ ਸੈਂਟਰ ਨੇ ਜਿੱਥੇ ਅਸੀਂ ਨਾਕਿਆਂ ਤੇ ਬੈਠੇ ਹਾਂ, ਜਿੰਨਾ ਵਧੀਆ ਅਰੇਂਜਮੈਂਟ ਅਸੀਂ ਕੋਵਿਡ ਤੋਂ ਬਚਾਅ ਲਈ ਅਸੀਂ ਕੀਤਾ ਹੋਇਆ, ਸਰਕਾਰ ਦਾ ਕਿਤੇ ਸਾਰੇ ਦੇਸ਼ ਵਿੱਚ ਉੱਦਾਂ ਦਾ ਬਚਾਅ ਕਰਨ ਦੇ ਸਾਧਨ ਲੱਭਦੇ ਨਹੀਂ। ਅਸੀਂ ਹੁਣ ਤੱਕ ਇੱਕ ਉੱਥੇ ਹਸਪੀਟਲ ਹੈ 10 ਬੈੱਡ ਦਾ, ਬਕਾਇਦਾ ਮਨਜ਼ੂਰੀ ਲੈ ਕੇ ਉੱਥੇ 10 ਆਕਸੀਜਨ ਦੇ ਸਿਲੰਡਰ ਰੱਖੇ ਹੋਏ ਨੇ। ਬਲਕਿ ਰੀਸੈਂਟਲੀ ਹਰਿਆਣੇ ਦੀ ਵੀ ਸਰਕਾਰ ਤੋਂ 20 ਸਿਲੰਡਰਾਂ ਦੀ ਪਰਮਿਸ਼ਨ ਲੈ ਕੇ ਇੱਕ ਹੋਰ ਹਸਪੀਟਲ ਨੂੰ ਅਸੀਂ ਆਪਣੇ ਕੋਲੋਂ ਦਿੱਤੇ ਹੋਏ ਆ, ਆਪਣੀ ਕਾਸਟ ਤੇ ਦਿੱਤੇ ਹੋਏ ਆ। ਲੱਖਾਂ ਰੁਪਏ ਦਾ ਕਾੜਾ ਹਰ ਰੋਜ਼ ਬਿਲਾ ਨਾਗਾ ਅਸੀਂ ਧੱਕੇ ਨਾਲ ਸਾਰੇ ਜਿੰਨੇ ਉੱਥੇ ਅੰਦੋਲਨਕਾਰੀ ਬੈਠੇ ਨੇ ਸਵੇਰੇ ਉਹਨਾਂ ਨੂੰ ਕਾੜਾ ਪਿਲਾਉਂਦੇ ਹਾਂ। ਔਰ ਲੱਖਾਂ ਰੁਪਏ ਦੀਆਂ ਅਸੀਂ ਦਵਾਈਆਂ, ਵਿਟਾਮਿਨ A, C, D, ਡੋਲੋ, ਇਹ ਗੋਲੀਆਂ ਸਾਰੀਆਂ ਅਸੀਂ ਰੋਜ਼ ਵੰਡਦੇ ਹਾਂ। ਜਿਹੜੇ ਬਜ਼ੁਰਗ ਨੇ ਉਹਨਾਂ ਨੂੰ ਸਾਰਿਆਂ ਨੂੰ ਵਿਟਾਮਿਨ D ਬਕਾਇਦਾ ਹਫ਼ਤਾਵਾਰ ਦਿੱਤਾ ਜਾਂਦਾ ਹੈ। ਸਭ ਦਾ ਖਿਆਲ ਰੱਖਿਆ ਜਾਂਦਾ ਹੈ। ਹਰ ਲੰਗਰ ਵਿੱਚ ਹਰ ਰੋਜ਼ ਕਾੜਾ ਤਿਆਰ ਕਰਕੇ ਸਾਰਿਆਂ ਨੂੰ ਆਵਾਜ਼ ਮਾਰ ਕੇ ਪਿਲਾਇਆ ਜਾਂਦਾ ਹੈ। ਤੇ ਸਰਕਾਰ ਨੇ ਕਿਤੇ ਕੀਤਾ? ਸਰਕਾਰ ਦੱਸੇ ਪੰਜਾਬ ਦੇ ਕਿਸੇ ਸ਼ਹਿਰ 'ਚ ਜਾਂ ਕਿਸੇ ਪਿੰਡ ਵਿੱਚ ਕਿਤੇ ਵੀ ਇਹਨਾਂ ਨੇ ਕਿਸੇ ਨੂੰ ਕੋਈ ਫ੍ਰੀ ਦਵਾਈ ਦਿੱਤੀ ਹੈ? ਲੋਕਾਂ ਦੇ ਬਚਾਅ ਦੇ ਸਾਧਨ ਸਰਕਾਰ ਨੇ ਆਪਣੇ ਕੋਲੋਂ ਕਿਤੇ ਪ੍ਰੋਵਾਈਡ ਕੀਤੇ ਹੈ? ਦੂਸਰੀ ਗੱਲ, ਕੋਵਿਡ ਬਿਮਾਰੀ ਹੈ। ਕੋਈ 20-25 ਦਿਨ ਪਹਿਲਾਂ ਸੋਨੀਪਤ ਐਡਮਿਨਿਸਟ੍ਰੇਸ਼ਨ ਨੇ ਮੀਟਿੰਗ ਬੁਲਾਈ। ਉਹਨਾਂ ਨੇ ਕਿਹਾ ਅਸੀਂ ਵੈਕਸੀਨੇਸ਼ਨ ਕਰਨੀ ਚਾਹੁੰਦੇ ਹਾਂ। ਅਸੀਂ ਉਹਨਾਂ ਨੂੰ ਕਿਹਾ ਆਪਣੀਆਂ ਟੀਮਾਂ ਭੇਜੋ। 20-25 ਦਿਨਾਂ 'ਚ ਅੱਜ ਤੱਕ ਇੱਕ ਵੀ ਡਾਕਟਰ ਕੋਈ ਉੱਥੇ ਸਾਡੇ ਜਿਹੜੇ ਨਾ ਟਿੱਕਰੀ, ਨਾ ਗਾਜ਼ੀਪੁਰ, ਨਾ ਇੱਥੇ ਕੁੰਡਲੀ, ਕਿਸੇ ਨਾਕੇ ਤੇ ਇੱਕ ਵੀ ਡਾਕਟਰ ਵੈਕਸੀਨੇਸ਼ਨ ਵਾਸਤੇ ਨਹੀਂ ਗਿਆ। ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਨੇ PM ਮੋਦੀ ਨੂੰ ਲਿਖੀ ਚਿੱਠੀ ਵਾਲੀ ਗੱਲ ਅੱਜ ਮੁੜ ਦੁਹਰਾਈ। ਉਹਨਾਂ ਕਿਹਾ ਕਿ ਕਿਸਾਨ ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ ਨੇ ਅਤੇ ਸਰਕਾਰ ਇਸ ਲਈ ਅੱਗੇ ਆਵੇ। ਰਾਜੇਵਾਲ ਅਨੁਸਾਰ ਗੱਲਬਾਤ ਸਰਕਾਰ ਵੱਲੋਂ ਬੰਦ ਕੀਤੀ ਗਈ ਹੈ। ਲੋਕਤਾਂਤਰਿਕ ਸਰਕਾਰਾਂ ਦਾ ਰਵੱਈਆ ਅਜਿਹਾ ਨਹੀਂ ਹੋਣਾ ਚਾਹੀਦਾ। ਲੋਕਤੰਤਰ ਵਿੱਚ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਕੋਈ ਪ੍ਰਦਰਸ਼ਨ ਕਰਦਾ ਹੈ ਤਾਂ ਉਸ ਦੀ ਦੁੱਖ ਤਕਲੀਫ ਪੁੱਛੀ ਜਾਵੇ। ਰਾਜੇਵਾਲ ਨੇ ਕਿਹਾ ਕਿ ਜੇ ਮੋਦੀ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਨਾ ਕੀਤੀ ਤਾਂ ਜਿਵੇਂ ਪੱਛਮੀ ਬੰਗਾਲ ਦੀਆਂ ਚੋਣਾਂ ਵਿੱਚ ਕੀਤਾ, ਉਸੇ ਤਰ੍ਹਾਂ ਅਸੀਂ ਯੂਪੀ ਅਤੇ ਉੱਤਰਾਖੰਡ ਵਿੱਚ ਵੀ ਸਰਕਾਰ ਖਿਲਾਫ ਪ੍ਰਚਾਰ ਸ਼ੁਰੂ ਕਰਾਂਗੇ। ਸਰਕਾਰ ਨੂੰ ਅਸੀਂ ਚੇਤਾਵਨੀ ਦਿੱਤੀ ਹੈ ਵੀ 26 ਤਾਰੀਖ ਨੂੰ ਤੁਹਾਡੀ ਕਾਰਗੁਜ਼ਾਰੀ ਤੇ 22 ਜਨਵਰੀ ਤੋਂ ਬਾਅਦ ਇੱਕ ਵੀ ਮੀਟਿੰਗ ਸਰਕਾਰ ਨੇ ਨਹੀਂ ਬੁਲਾਈ। ਇਹ ਸਰਕਾਰ ਵੱਲੋਂ ਗੱਲਬਾਤ ਦਾ ਰਸਤਾ ਬੰਦ ਹੋਇਆ। ਅਸੀਂ ਕਦੀ ਇਨਕਾਰ ਨਹੀਂ ਕੀਤਾ ਗੱਲਬਾਤ ਤੋਂ। ਔਰ ਅਸੀਂ ਰੀਸੈਂਟਲੀ ਇੱਕ ਚਿੱਠੀ ਲਿਖ ਕੇ ਵੀ ਪ੍ਰਧਾਨ ਮੰਤਰੀ ਨੂੰ ਕਿਹਾ ਬਈ ਤੁਹਾਡੀ ਉਹ ਜਿਹੜੀ ਇੱਕ ਕਾਲ ਦੀ ਦੂਰੀ ਆ ਉਹ ਕਿੱਥੇ ਹੈ, ਸਾਨੂੰ ਦੱਸੋ, ਅਸੀਂ ਗੱਲਬਾਤ ਲਈ ਤਿਆਰ ਹਾਂ। ਪਰ ਜੇ ਤੁਸੀਂ ਹਾਲੇ ਵੀ ਗੱਲਬਾਤ ਨਹੀਂ ਕਰੋਗੇ ਤਾਂ ਅਸੀਂ ਬੰਗਾਲ 'ਚ ਚਾੜਾ ਛਕਾਤਾ। ਯੂਪੀ ਦੀਆਂ ਪੰਚਾਇਤ ਇਲੈਕਸ਼ਨਾਂ ਵਿੱਚ ਅੰਦੋਲਨ ਦਾ ਹੀ ਅਸਰ ਸੀ, ਕਿਉਂਕਿ ਯੂਪੀ ਦੇ ਲੋਕ ਉੱਥੇ ਆ ਕੇ ਬਹਿੰਦੇ ਨੇ। ਉੱਥੇ ਬੁਰੀ ਤਰ੍ਹਾਂ ਪੰਚਾਇਤ ਇਲੈਕਸ਼ਨ ਵੀ ਹਾਰੇ। ਜੇ ਹਾਲੇ ਵੀ ਇਹ ਠੀਕ ਰਾਹ 'ਤੇ ਨਹੀਂ ਆਉਣਗੇ ਤਾਂ ਅਸੀਂ ਯੂਪੀ ਔਰ ਉੱਤਰਾਖੰਡ ਵਾਲੇ ਪਾਸੇ ਕੰਪੇਨ ਸ਼ੁਰੂ ਕਰਨ ਵਾਲੇ ਹਾਂ। ਆਉਂਦੀਆਂ ਇਲੈਕਸ਼ਨਾਂ ਤੱਕ ਇਹਨਾਂ ਦਾ ਉੱਥੇ ਵੀ ਮਾਂਜਾ ਫੇਰ ਦਿਆਂਗੇ, ਹੌਲੀ ਹੌਲੀ ਸਾਰੇ ਦੇਸ਼ 'ਚੋਂ ਪੱਟ ਦਿਆਂਗੇ। ਦੱਸ ਦਈਏ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ 3 ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਪਿਛਲੇ ਸਾਲ 26 ਨਵੰਬਰ ਤੋਂ ਦਿੱਲੀ ਦੇ ਵੱਖ-ਵੱਖ ਬਾਰਡਰਾਂ ਉੱਤੇ ਬੈਠੇ ਹੋਏ ਨੇ। ਕਿਸਾਨਾਂ ਅਤੇ ਸਰਕਾਰ ਦਰਮਿਆਨ 11 ਗੇੜਾਂ ਦੀ ਗੱਲਬਾਤ ਹੋਈ, ਪਰ ਕੋਈ ਸਿੱਟਾ ਨਹੀਂ ਨਿਕਲ ਸਕਿਆ। ਹੁਣ ਕਿਸਾਨ ਆਗੂ ਸਰਕਾਰ ਤੋਂ ਮੁੜ ਗੱਲਬਾਤ ਸ਼ੁਰੂ ਕਰਨ ਦੀ ਮੰਗ ਕਰ ਰਹੇ ਨੇ। ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਸੰਗਰੂਰ ਤੋਂ ਸਾਂਸਦ ਮੈਂਬਰ ਭਗਵੰਤ ਮਾਨ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਮੰਗ ਕੀਤੀ ਹੈ ਕਿ ਕਿਸਾਨਾਂ ਨਾਲ ਗੱਲਬਾਤ ਦੀ ਟੁੱਟੀ ਲੜੀ ਮੁੜ ਤੋਂ ਜੋੜੀ ਜਾਵੇ। ਭਗਵੰਤ ਮਾਨ ਅਨੁਸਾਰ ਪ੍ਰਧਾਨ ਮੰਤਰੀ ਮੋਦੀ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਕਿਸਾਨੀ ਮਸਲਿਆਂ ਦੇ ਹੱਲ ਲਈ ਸਿਰਫ ਇੱਕ ਫੋਨ ਕਾਲ ਦੀ ਦੂਰੀ ਤੇ ਹਨ ਅਤੇ ਹੁਣ ਜਦ ਕਿਸਾਨ ਆਗੂ ਗੱਲਬਾਤ ਦੀ ਪੇਸ਼ਕਸ਼ ਕਰ ਰਹੇ ਹਨ ਤਾਂ ਪ੍ਰਧਾਨ ਮੰਤਰੀ ਨੂੰ ਅੱਗੇ ਵੱਧ ਕੇ ਇਸ ਦਾ ਸਵਾਗਤ ਕਰਨਾ ਚਾਹੀਦਾ ਹੈ। ਭਗਵੰਤ ਮਾਨ ਨੇ ਕਿਹਾ ਕਿ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਜਾਇਜ਼ ਹਨ। ਉਮੀਦ ਕਰਦੇ ਹਨ ਕਿ ਪ੍ਰਧਾਨ ਮੰਤਰੀ ਇਹ ਮੰਗਾਂ ਮੰਨਣਗੇ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਨਗੇ। ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਦੇ ਕਿਸਾਨ ਲਗਭਗ 6 ਮਹੀਨਿਆਂ ਤੋਂ ਦਿੱਲੀ ਦੇ ਆਲੇ-ਦੁਆਲੇ ਜਿਹੜੇ ਬਾਰਡਰ ਨੇ ਉੱਥੇ ਬੈਠੇ ਉਹ ਪ੍ਰਦਰਸ਼ਨ ਕਰ ਰਹੇ ਨੇ ਕਾਲੇ ਕਾਨੂੰਨਾਂ ਦੇ ਖਿਲਾਫ ਜੋ ਖੇਤੀ ਨਾਲ ਸੰਬੰਧਿਤ ਨੇ, ਉਹਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਨੇ। ਇਸ ਦੌਰਾਨ ਉਹ ਜਿਹੜੇ ਕਿਸਾਨ ਨੇ ਜਿਹੜੇ ਧਰਨੇ ਤੇ ਬੈਠੇ ਨੇ, ਪ੍ਰਦਰਸ਼ਨ ਤੇ ਬੈਠੇ ਨੇ, ਉਹ ਲਗਭਗ ਆਪਣੇ 470 ਸਾਥੀਆਂ ਨੂੰ ਖੋ ਚੁੱਕੇ ਨੇ, ਜਾਨ ਗਵਾ ਚੁੱਕੇ 470 ਕਿਸਾਨ, ਜਿਹੜਾ ਕਿ ਬਹੁਤ ਦੁਖਦਾਇਕ ਹੈ, ਬਹੁਤ ਦਰਦਨਾਕ ਹੈ।
11 ਵਾਰ ਪ੍ਰਧਾਨ ਮੰਤਰੀ ਜੀ ਉਹਨਾਂ ਨਾਲ ਗੱਲਬਾਤ ਸਰਕਾਰ ਦੀ ਹੋ ਚੁੱਕੀ ਹੈ, ਪਰ ਕੋਈ ਨਤੀਜਾ ਨਹੀਂ ਨਿਕਲਿਆ। ਤੁਸੀਂ ਜਾਣਦੇ ਹੋ ਕਿ ਸਾਡਾ ਦੇਸ਼ ਜਿਹੜਾ ਉਹ ਖੇਤੀ ਪ੍ਰਧਾਨ ਦੇਸ਼ ਹੈ। ਖੇਤੀ ਤੋਂ ਬਿਨਾਂ ਆਪਾਂ ਇਸ ਦੇਸ਼ ਦੀ ਕਲਪਨਾ ਵੀ ਨਹੀਂ ਕਰ ਸਕਦੇ। ਤੇ ਉਹ ਕਿਸਾਨ ਜਿਹੜੇ ਮਹਾਮਾਰੀ ਕਰੋਨਾ ਦੇ ਵਿੱਚ ਵੀ ਜਿਹੜਾ ਖੇਤੀ ਦਾ ਸੈਕਟਰ ਹੈ ਉਹ ਇਕੱਲਾ ਪੋਜ਼ਿਟਿਵ ਰਿਹਾ, ਬਾਕੀ ਸਾਰੇ ਜਿਹੜੇ ਸੈਕਟਰ ਨੇ ਉਹ ਨੈਗੇਟਿਵ 'ਚ ਰਹੇ ਨੇ। ਸਿਰਫ ਖੇਤੀ ਦਾ ਸੈਕਟਰ ਜਿਹੜਾ ਹੈ ਉਹ 3% ਤੋਂ ਉੱਪਰ ਉਹਦੀ ਜਿਹੜੀ GDP ਦੇ ਵਿੱਚ ਉਹ ਪੋਜ਼ਿਟਿਵ ਰਿਹਾ। ਸੋ ਇਹ ਕਿਸਾਨ ਜਿਹੜੇ ਨੇ ਉਹ ਦੇਸ਼ ਦੀ ਰੀੜ੍ਹ ਦੀ ਹੱਡੀ ਨੇ। ਉਹ ਆਪਣੀ ਜਾਨ ਨੂੰ ਖਤਰੇ 'ਚ ਪਾ ਕੇ, ਜਾਨ ਨੂੰ ਜੋਖਮ 'ਚ ਪਾ ਕੇ ਬੱਚੇ, ਬਜ਼ੁਰਗ, ਔਰਤਾਂ ਸਮੇਤ ਉਹ ਬਾਰਡਰਾਂ ਤੇ ਬੈਠੇ ਨੇ। 6 ਮਹੀਨੇ ਹੋ ਜਾਣਗੇ 26 ਤਰੀਕ ਨੂੰ। ਹੁਣ ਕਿਸਾਨਾਂ ਨੇ ਸੱਦਾ ਦਿੱਤਾ ਹੈ ਗੱਲਬਾਤ ਦਾ ਕਿ ਗੱਲਬਾਤ ਕਰੋ, ਔਰ ਤੁਹਾਡਾ ਫਰਜ਼ ਵੀ ਬਣਦਾ ਦੇਸ਼ ਦੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ, ਔਰ ਤੁਸੀਂ ਆਪ ਖੁਦ ਵੀ ਮੀਡੀਆ ਦੇ ਵਿੱਚ ਕਈ ਵਾਰੀ ਕਹਿ ਚੁੱਕੇ ਹੋ ਕਿ ਮੈਂ ਕਿਸਾਨਾਂ ਦੇ ਮਸਲਿਆਂ ਦਾ ਹੱਲ ਕੱਢੂੰਗਾ ਤੇ ਸਿਰਫ ਇੱਕ ਫੋਨ ਕਾਲ ਦੀ ਦੂਰੀ ਤੇ ਹੋ। ਮੈਂ ਤੁਹਾਨੂੰ ਬੇਨਤੀ ਕਰਦਾ, ਕਿਰਪਾ ਕਰਕੇ ਹੁਣ ਫਰਾਕ ਦਿਲੀ ਦਿਖਾਓ, ਦਰਿਆ ਦਿਲੀ ਦਿਖਾਓ ਤੇ ਉਹਨਾਂ ਨੂੰ ਗੱਲਬਾਤ ਲਈ ਸਾਰੀਆਂ ਜਿਹੜੀਆਂ ਜਥੇਬੰਦੀਆਂ ਦੇ ਉਹਨਾਂ ਦੇ ਲੀਡਰ ਨੇ ਉਹਨਾਂ ਨੂੰ ਗੱਲਬਾਤ ਲਈ ਬੁਲਾਓ ਤੇ ਕਾਲੇ ਕਾਨੂੰਨ ਜਿਹੜੇ ਨੇ ਉਹ ਵਾਪਸ ਲਓ। ਉਹਨਾਂ ਦੀਆਂ ਸਾਰੀਆਂ ਮੰਗਾਂ ਜਾਇਜ਼ ਨੇ। ਉਹ ਕਾਲੇ ਕਾਨੂੰਨ ਜਿਹੜੇ ਵਾਪਸ ਲਓ ਤਾਂ ਕਿ ਉਹ ਆਪਣੇ ਪਰਿਵਾਰਾਂ ਦੇ ਵਿੱਚ ਵਾਪਸ ਆ ਜਾਣ, ਆਪਣੇ ਪਿੰਡਾਂ 'ਚ ਵਾਪਸ ਆਉਣ ਤੇ ਅਗਲੀਆਂ ਫਸਲਾਂ ਬੀਜਣ ਦੀ ਤਿਆਰੀ ਕਰਨ। ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਦੇ ਇੱਕ ਬਿਆਨ ਤੇ ਸੂਬੇ ਦੇ ਕਿਸਾਨ ਭੜਕ ਗਏ ਹਨ। ਅਸਲ ਵਿੱਚ ਬਾਜਵਾ ਨੇ ਕਿਹਾ ਸੀ ਕਿ ਦਿੱਲੀ ਸਰਹੱਦ ਤੇ ਚੱਲ ਰਹੇ ਅੰਦੋਲਨ ਤੋਂ ਵਾਪਸ ਪਰਤਣ ਵਾਲੇ ਕਿਸਾਨਾਂ ਕਾਰਨ ਪਿੰਡਾਂ 'ਚ ਕਰੋਨਾ ਫੈਲ ਰਿਹਾ ਹੈ। ਕਿਸਾਨ ਆਗੂਆਂ ਨੇ ਬਾਜਵਾ ਤੇ ਕੈਪਟਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਉਹ ਕਿਸਾਨ ਅੰਦੋਲਨ ਤੇ ਕਰੋਨਾ ਬਾਰੇ ਭਰਮ ਫੈਲਾਉਣ ਬੰਦ ਕਰਨ। ਇਸ ਦੇ ਨਾਲ ਹੀ ਉਨ੍ਹਾਂ ਮੋਦੀ ਤੇ ਖੱਟਰ ਨੂੰ ਵੀ ਚੇਤਾਵਨੀ ਦਿੱਤੀ ਕਿ ਕਿਸਾਨ ਅੰਦੋਲਨ ਨੂੰ ਖਤਮ ਕਰਨ ਦੀਆਂ ਚਾਲਾਂ ਨਾ ਚੱਲਣ। ਉਨ੍ਹਾਂ ਅਜਿਹਾ ਨਾ ਹੋਣ ਤੇ ਪੰਜਾਬ ਤੇ ਕੇਂਦਰ ਦੋਵੇਂ ਸਰਕਾਰਾਂ ਨੂੰ ਨਤੀਜੇ ਭੁਗਤਣ ਲਈ ਤਿਆਰ ਰਹਿਣ ਨੂੰ ਕਿਹਾ। ਪੰਜਾਬ ਦੇ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਸੂਬੇ ਦੇ ਪਿੰਡਾਂ 'ਚ ਕਰੋਨਾ ਫੈਲਣ ਦੀ ਵਜ੍ਹਾ ਕਿਸਾਨਾਂ ਨੂੰ ਦੱਸਣ ਉੱਤੇ ਵਿਵਾਦ ਪੈਦਾ ਹੋ ਗਿਆ। ਬਾਜਵਾ ਨੇ ਕਿਹਾ ਸੀ ਕਿ ਦਿੱਲੀ ਸਰਹੱਦ ਉੱਤੇ ਚੱਲ ਰਹੇ ਅੰਦੋਲਨ ਤੋਂ ਵਾਪਸ ਪਰਤਣ ਵਾਲੇ ਕਿਸਾਨਾਂ ਕਾਰਨ ਪਿੰਡਾਂ 'ਚ ਕਰੋਨਾ ਫੈਲ ਰਿਹਾ ਹੈ। ਕਿਸਾਨ ਆਗੂ ਬਾਜਵਾ ਦੇ ਇਸ ਬਿਆਨ ਉੱਤੇ ਭੜਕ ਗਏ ਨੇ। ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਆਗੂ ਹਰਮਿੰਦਰ ਸਿੰਘ ਖਹਿਰਾ ਨੇ ਬਾਜਵਾ ਤੇ ਕੈਪਟਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਕਿਸਾਨ ਅੰਦੋਲਨ ਤੇ ਕਰੋਨਾ ਬਾਰੇ ਭਰਮ ਫੈਲਾਉਣੇ ਬੰਦ ਕਰਨ। ਇਸ ਦੇ ਨਾਲ ਹੀ ਉਹਨਾਂ ਮੋਦੀ ਤੇ ਖੱਟਰ ਨੂੰ ਵੀ ਚੇਤਾਵਨੀ ਦਿੱਤੀ ਕਿ ਕਿਸਾਨ ਅੰਦੋਲਨ ਨੂੰ ਖਤਮ ਕਰਨ ਦੀਆਂ ਚਾਲਾਂ ਨਾ ਚੱਲਣ। ਉਹਨਾਂ ਅਜਿਹਾ ਨਾ ਹੋਣ ਉੱਤੇ ਪੰਜਾਬ ਤੇ ਕੇਂਦਰ ਦੋਵੇਂ ਸਰਕਾਰਾਂ ਨੂੰ ਨਤੀਜੇ ਭੁਗਤਣ ਲਈ ਤਿਆਰ ਰਹਿਣ ਨੂੰ ਕਿਹਾ। ਜੋ ਕਹਿ ਰਿਹਾ ਵੀ ਜਿਹੜੇ ਕਿਸਾਨ ਦਿੱਲੀ ਤੋਂ ਜਦੋਂ ਪੰਜਾਬ ਨੂੰ ਆਉਂਦੇ ਆ ਉਹ ਉਹਨਾਂ ਕਰਕੇ ਪੰਜਾਬ 'ਚ ਕਰੋਨਾ ਆਉਂਦੀ ਆ। ਜਦੋਂ ਅਸੀਂ ਦਿੱਲੀ 'ਚ ਬੈਠੇ ਆ ਸਾਨੂੰ ਤਾਂ ਕਰੋਨਾ ਕੋਈ ਹੁੰਦੀ ਨਹੀਂ। ਕਿੰਨੇ ਕਿਸਾਨ ਸ਼ਹੀਦ ਹੋਏ ਆ, ਉਹਨਾਂ 'ਚੋਂ ਇੱਕ ਵੀ ਕਿਸਾਨ ਕਰੋਨਾ ਪੋਜ਼ਿਟਿਵ ਨਹੀਂ ਆਇਆ। ਤ੍ਰਿਪਤ ਬਾਜਵਾ ਨੂੰ ਪੁੱਛੇ ਵੀ ਤੂੰ ਕਿੱਥੇ ਦਾ ਸਾਇੰਸਦਾਨ ਆ ਜਾਂ ਮੈਡੀਕਲ ਕੀਤੀ ਆ, ਤੈਨੂੰ ਮਹਿਕ ਨਾਲੇ ਪਤਾ ਲੱਗੀ ਜਾਂਦਾ ਵੀ ਕਿਸਾਨ ਦਿੱਲੀ ਤੋਂ ਕਰੋਨਾ ਲੈ ਕੇ ਆਉਂਦੇ ਆ। ਬਾਜਵਾ ਜੀ ਬਾਜ ਆ ਜਾਓ, ਇੱਦਾਂ ਦਾ ਗੰਦ ਫੈਲਾਉਣ। ਆ 2022 ਨੇੜੇ ਆ ਰਿਹਾ। ਨਾਲੇ ਅਮਰਿੰਦਰ ਸਿੰਘ ਆਪਣੇ ਨਾ ਜਿਹੜੇ ਤੇਰੇ ਕਾਰਕੁਨ ਆ ਨਾ ਕਾਂਗਰਸ ਦੇ, ਤੇਰੇ ਵਜ਼ੀਰ ਤੇ MLA, ਇਹਨਾਂ ਨੂੰ ਸਮਝਾ ਲਾ 2022 ਦੇ ਵਿੱਚ ਫੱਟੀ ਪੋਚ ਦੇਣੀ ਆ। ਜੇ ਤੁਸੀਂ ਕਿਸਾਨਾਂ ਦਾ ਸਾਥ ਨਹੀਂ ਦੇ ਸਕਦੇ, ਘੱਟੋ ਘੱਟ ਕਿਸਾਨਾਂ ਦੇ ਖਿਲਾਫ ਗੰਦ ਤਾਂ ਨਾ ਬਕੋ, ਇਹਨੂੰ ਸੰਭਲ ਜਾਓ, ਨਹੀਂ ਤਾਂ ਤੈਨੂੰ ਇੱਕ ਵੀ ਸੀਟ ਪੰਜਾਬ ਤੋਂ ਨਹੀਂ ਜਿੱਤਣ ਦੇਣੀ, ਸਮਝ ਜਾਓ। ਇਸੇ ਹੀ ਤਰ੍ਹਾਂ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਆ ਮੋਦੀ, ਉਹਨੂੰ ਅਸੀਂ ਵਾਰਨਿੰਗ ਕਰਦੇ ਹਾਂ ਕਿ ਸਾਡੇ ਤਿੰਨੇ ਹੀ ਜਿਹੜੇ ਕਾਲੇ ਕਾਨੂੰਨ ਕਿਸਾਨਾਂ ਦੇ ਬਾਰੇ ਬਣਾਏ ਆ ਉਹਨਾਂ ਨੂੰ ਵਾਪਸ ਲੈ ਲਾ। ਦੋਨੇ ਆਰਡੀਨੈਂਸ ਪਲੱਸ MSP ਤੇ ਕਾਨੂੰਨ ਬਣਾ, ਨਹੀਂ ਤਾਂ ਸਾਡਾ ਅੰਦੋਲਨ ਹੁਣ ਗਰਮੀ ਦਾ ਰੁੱਖ ਤਿਆਰ ਕਰ ਰਿਹਾ। ਅਸੀਂ ਆ ਰਹੇ ਹਾਂ, ਦਿੱਲੀ ਨੂੰ ਹੋਰ ਭਰ ਰਹੇ ਹਾਂ, ਤੈਨੂੰ ਦੱਸਾਂਗੇ ਅਸੀਂ ਹੁਣ ਕੀ ਕਰਨਾ। ਕਿਸਾਨ ਆਗੂ ਹਰਪਾਲ ਸਿੰਘ ਸੰਘਾ ਦਾ ਵੀ ਕਹਿਣਾ ਹੈ ਕਿ ਸਰਕਾਰ ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ ਕਰੋਨਾ ਦਾ ਡਰ ਫੈਲਾ ਰਹੀ ਹੈ। ਉਹਨਾਂ ਮੁਤਾਬਕ ਕਿਸਾਨਾਂ ਲਈ ਅੰਦੋਲਨ ਜਿੱਤਣਾ ਜ਼ਰੂਰੀ ਹੈ, ਕਿਉਂਕਿ ਜੇਕਰ ਖੇਤੀ ਕਾਨੂੰਨ ਲਾਗੂ ਹੋ ਗਏ ਤਾਂ ਵੀ ਕਿਸਾਨ ਜ਼ਿੰਦਾ ਨਹੀਂ ਰਹਿ ਸਕਣਗੇ। ਸੰਘਾ ਨੇ ਕਿਹਾ ਕਿ ਸਰਕਾਰ ਕਰੋਨਾ ਨੂੰ ਕੰਟਰੋਲ ਕਰਨ ਲਈ ਕੰਮ ਕਰੇ, ਪਰ ਕਿਸਾਨਾਂ ਨੂੰ ਬਦਨਾਮ ਨਾ ਕਰੇ, ਕਿਉਂਕਿ ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ ਅਜੇ ਤੱਕ ਕੋਈ ਵੀ ਕੇਸ ਕਰੋਨਾ ਦਾ ਨਹੀਂ ਮਿਲਿਆ। ਕਰੋਨਾ ਨੂੰ ਅਸੀਂ ਕੋਈ ਇਹੋ ਜਿਹੀ ਮਹਾਮਾਰੀ ਨਹੀਂ ਸਮਝਦੇ ਵੀ ਜਿਹੋ ਜਿਹੀ ਇਹ ਸਰਕਾਰ ਸਮਝਦੀ ਆ। ਸਾਡੇ ਲਈ ਸਭ ਤੋਂ ਵੱਡਾ ਜਿਹੜਾ ਹੈਗਾ ਅੰਦੋਲਨ ਆ। ਅੰਦੋਲਨ ਦਾ ਚੱਲਣਾ, ਅੰਦੋਲਨ ਦਾ ਜਿੱਤਣਾ। ਕਿਉਂਕਿ ਜੇ ਇਹ ਅੰਦੋਲਨ ਜਿਹੜਾ ਇਹ ਫੇਲ ਹੁੰਦਾ
ਤਾਂ ਵੀ ਕਿਸਾਨਾਂ ਨੇ ਮਾਰਿਆ ਜਾਣਾ, ਤਾਂ ਵੀ ਕਿਸਾਨਾਂ ਨੇ ਖਤਮ ਹੋ ਜਾਣਾ। ਇਸ ਕਰਕੇ ਜਿਹੜਾ ਮੰਤਰੀਆਂ ਦੇ ਬਿਆਨ ਆ ਕਿ ਤੁਸੀਂ ਉੱਥੋਂ ਜਿਹੜਾ ਜਦੋਂ ਆਉਂਦੇ ਆ ਵੀ ਉੱਥੋਂ ਆ ਕੇ ਇਹ ਜਿਹੜਾ ਕੁਆਰੰਟਾਈਨ ਹੋ ਜਾਣ ਜਾਂ ਕੋਈ ਹੋਰ ਇਹਨਾਂ ਨੂੰ ਇਹ ਸੈਪਰੇਟ ਰਹਿਣ, ਇਹ ਸਾਰੀ ਇਹਨਾਂ ਦੀ ਬਿਆਨਬਾਜ਼ੀ ਆ। ਜਦੋਂ ਇਹ ਕਰੋਨਾ ਪੰਜਾਬ 'ਚ ਫੈਲਣ ਲੱਗਾ ਉਦੋਂ ਕਿਉਂ ਨਹੀਂ ਇਹ ਧਿਆਨ ਦਿੱਤਾ ਗਿਆ, ਉਦੋਂ ਕਿਉਂ ਨਹੀਂ ਇਹ ਗੱਲ ਕੀਤੀ ਗਈ ਵੀ ਇਹ ਜਿਹੜਾ ਕਰੋਨਾ ਇਹ ਫੈਲ ਰਿਹਾ। ਜਦੋਂ ਇਹ ਜੇ ਮਤਲਬ ਦਰਜਨਾਂ ਲੋਕ ਜਿਹੜੇ ਹੋਏ ਸੀਗੇ ਉਸ ਟਾਈਮ, ਹੁਣ ਨਾ ਇਹਨਾਂ ਕੋਲ ਦਵਾਈ ਆ ਨਾ ਇਹਨਾਂ ਕੋਲ ਗੱਲ ਆ, ਹੋਰ ਇਹੋ ਜਿਹਾ ਕੁਛ। ਅੰਦੋਲਨ ਨੂੰ ਅਸਲ ਖੱਜਲ ਖਰਾਬ ਕਰਨਾ ਚਾਹੁੰਦੇ ਆ ਵੀ ਅੰਦੋਲਨ ਨੂੰ ਜਿਹੜਾ ਉੱਥੋਂ ਮਤਲਬ ਜਿਹੜੀ ਸੈਂਟਰ ਦੀ ਸਰਕਾਰ ਕਰ ਰਹੀ ਆ ਉਹੀ ਕੁਛ ਇਹ ਕਰ ਰਹੇ ਆ। ਦੱਸ ਦਈਏ ਕਿ ਦਿੱਲੀ ਵਿਖੇ ਚੱਲ ਰਹੇ ਅੰਦੋਲਨ ਦੌਰਾਨ ਕਿਸਾਨਾਂ ਵੱਲੋਂ ਕੋਰੋਨਾ ਤੋਂ ਬਚਾਅ ਲਈ ਹਰ ਤਰ੍ਹਾਂ ਦੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਨੇ। ਟਿੱਕਰੀ ਬਾਰਡਰ ਉੱਤੇ ਕਿਸਾਨਾਂ ਵੱਲੋਂ 25 ਬੈੱਡ ਦਾ ਹਸਪਤਾਲ ਵੀ ਬਣਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਕਿਸਾਨਾਂ ਵੱਲੋਂ ਲੋੜਵੰਦਾਂ ਲਈ ਆਕਸੀਜਨ ਦਾ ਇੰਤਜ਼ਾਮ ਵੀ ਕੀਤਾ ਜਾ ਰਿਹਾ ਹੈ। ਹੁਸ਼ਿਆਰਪੁਰ ਤੋਂ ਪ੍ਰਵੀਨ ਬੋਬੀ ਦੇ ਨਾਲ ਬਿਊਰੋ ਰਿਪੋਰਟ ਟੀਵੀ ਪੰਜਾਬ। ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੇ ਬਿਆਨ ਤੋਂ ਨਾਰਾਜ਼ ਕਿਸਾਨਾਂ ਨੇ ਅੱਜ ਗੁਰਦਾਸਪੁਰ ਦੇ ਪਿੰਡ ਗੋਨੂਪੁਰ ਵਿਖੇ ਰੋਸ ਪ੍ਰਦਰਸ਼ਨ ਕੀਤਾ। ਕਿਸਾਨਾਂ ਨੇ ਬਾਜਵਾ ਦੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਵੀ ਫੂਕਿਆ। ਇਸ ਰੋਸ ਪ੍ਰਦਰਸ਼ਨ ਦੌਰਾਨ ਮਹਿਲਾਵਾਂ ਵੀ ਵੱਡੀ ਗਿਣਤੀ ਵਿੱਚ ਮੌਜੂਦ ਰਹੀਆਂ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਜੇਕਰ ਬਾਜਵਾ ਨੇ ਆਪਣੇ ਬਿਆਨ ਲਈ ਮਾਫੀ ਨਹੀਂ ਮੰਗੀ ਤਾਂ ਪੰਜਾਬ ਕਾਂਗਰਸ ਖਿਲਾਫ ਵੱਡਾ ਸੰਘਰਸ਼ ਵਿੰਡਿਆ ਜਾਵੇਗਾ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਕਾਰਪੋਰੇਟ ਘਰਾਣਿਆਂ ਦੇ ਹੱਥ ਟੋਕੇ ਦੱਸਦਿਆਂ ਕਿਸਾਨਾਂ ਖਿਲਾਫ ਚਾਲਾਂ ਚੱਲਣ ਤੋਂ ਬਾਜ਼ ਆਉਣ ਲਈ ਕਿਹਾ। ਅੱਜ ਜਿਹੜਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਬਿਆਨ ਦਿੱਤਾ ਕਿ ਜਿਹੜਾ ਕਿਸਾਨ ਹੈ ਉਹ ਦਿੱਲੀ ਤੋਂ ਕਰੋਨਾ ਲਾ ਕੇ ਤੇ ਪਿੰਡਾਂ ਦੇ ਵਿੱਚ ਫੈਲਾ ਰਹੇ ਨੇ, ਉਹਦਾ ਅੱਜ ਇੱਥੇ ਪੁਤਲਾ ਫੂਕਿਆ ਗਿਆ ਤੇ ਨਿਖੇਧੀ ਕੀਤੀ ਗਈ ਉਹਦੇ ਬਿਆਨ ਦੀ। ਕਿਉਂਕਿ ਸਾਡੇ ਜਥੇਬੰਦੀ ਦੇ ਆਗੂ ਸਰਵਣ ਸਿੰਘ ਪੰਧੇਰ ਜੀ ਪਹਿਲਾਂ ਵੀ ਕਹਿੰਦੇ ਸੀ ਕਿ ਇਹਨੂੰ ਕੈਪਟਨ ਤੇ ਮੋਦੀ ਨੂੰ ਵੱਖੋ ਵੱਖ ਨਾ ਸਮਝੋ। ਇਹ ਸਭ ਜਿਹੜੇ ਨੇ ਕਾਰਪੋਰੇਟ ਘਰਾਣਿਆਂ ਦੇ ਯਾਰ ਨੇ। ਇਹ ਸਿਰਫ ਤੁਹਾਨੂੰ ਉੱਤੋਂ ਜਿਹੜੇ ਲੋਕਾਂ ਨੂੰ ਲੜਾਉਣ ਵਾਸਤੇ ਵੱਖੋ ਵੱਖ ਨੇ। ਜਿਹੜੇ ਇਹਨਾਂ ਦੀ ਸੋਚ ਹੈ ਉਹ ਇੱਕ ਹੈ ਤੇ ਅੱਜ ਬਿਲਕੁਲ ਜਿਹੜੀ ਆ ਉਹਨਾਂ ਸਹੀ ਸਾਬਤ ਕਰ ਦਿੱਤੀ ਬਿਆਨ ਦੇ ਕੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ। ਜਿੰਨਾ ਚਿਰ ਤੱਕ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਇਹ ਗੱਲ ਦੀ ਮਾਫੀ ਨਹੀਂ ਮੰਗੇਗਾ ਉਹਨਾਂ ਚਿਰ ਤੱਕ ਇਹ ਵਿਰੋਧ ਜਾਰੀ ਰਹੇਗਾ। ਉਹਦੇ ਹਲਕੇ ਦੇ ਵਿੱਚ ਜਾ ਕੇ, ਕਿਉਂਕਿ ਸਾਡੇ ਉੱਥੇ ਵੀ ਚੋਣ ਨੇ, ਉਹਨਾਂ ਲੋਕਾਂ ਨੂੰ ਨਾਲ ਲੈ ਕੇ ਪਿੰਡ ਪੱਧਰੀ ਉਹਦਾ ਉੱਥੇ ਵਿਰੋਧ ਕੀਤਾ ਜਾਏਗਾ। ਬੇਅਦਬੀ ਤੇ ਕੋਟਕਪੂਰਾ ਗੋਲੀकांड ਦੀ ਜਾਂਚ ਨੂੰ ਲੈ ਕੇ ਕੈਪਟਨ ਖਿਲਾਫ ਸਿੱਧਾ ਮੋਰਚਾ ਖੋਲ੍ਹਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਅੱਜ ਫਿਰ ਉਹਨਾਂ ਨੂੰ ਲੰਬੇ ਹੱਥੀ ਲਿਆ। ਸਿੱਧੂ ਨੇ ਕਿਹਾ ਕਿ ਉਹ ਕਾਂਗਰਸ ਵਿੱਚ ਹੈ ਤੇ ਇਸੇ ਪਾਰਟੀ ਵਿੱਚ ਰਹੇਗਾ। ਸਿੱਧੂ ਨੇ ਕੈਪਟਨ ਨੂੰ ਚੁਣੌਤੀ ਦਿੱਤੀ ਕਿ ਜੇਕਰ ਉਹਨਾਂ ਨੇ ਇਸ ਹੋਰ ਪਾਰਟੀ ਵਿੱਚ ਜਾਣ ਲਈ ਕਿਸੇ ਆਗੂ ਨਾਲ ਸੰਪਰਕ ਕੀਤਾ ਹੈ ਤਾਂ ਮੁੱਖ ਮੰਤਰੀ ਇਸ ਨੂੰ ਸਾਬਤ ਕਰਕੇ ਵਿਖਾਉਣ। ਚੇਤੇ ਰਹੇ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਪਿਛਲੇ ਦਿਨੀ ਸਿੱਧੂ ਨੂੰ ਨਿਸ਼ਾਨੇ ਤੇ ਲੈਂਦਿਆਂ ਕਿਹਾ ਸੀ ਕਿ ਉਹ ਆਮ ਆਦਮੀ ਪਾਰਟੀ ਦੇ ਸੰਪਰਕ ਵਿੱਚ ਹੈ ਤੇ ਕਿਸੇ ਵੇਲੇ ਵੀ ਉਹ ਕਾਂਗਰਸ ਛੱਡ ਸਕਦਾ ਹੈ। ਸਿੱਧੂ ਨੇ ਕੈਪਟਨ ਦੇ ਇਸ ਬਿਆਨ ਤੇ ਹਵਾਲੇ ਨਾਲ ਕੀਤੇ ਟਵੀਟ 'ਚ ਕਿਹਾ, ਸਾਬਤ ਕਰੋ ਕਿ ਮੈਂ ਕਿਸੇ ਹੋਰ ਪਾਰਟੀ ਦੇ ਆਗੂ ਨਾਲ ਮੀਟਿੰਗ ਕੀਤੀ ਹੈ। ਅੱਜ ਤੱਕ ਮੈਂ ਕਿਸੇ ਤੋਂ ਕੋਈ ਅਹੁਦਾ ਨਹੀਂ ਮੰਗਿਆ। ਮੈਂ ਤਾਂ ਹਮੇਸ਼ਾ ਪੰਜਾਬ ਦੀ ਖੁਸ਼ਹਾਲੀ ਮੰਗੀ ਹੈ। ਮੈਨੂੰ ਵਜ਼ਾਰਤ ਵਿੱਚ ਸ਼ਾਮਲ ਕਰਨ ਦੀ ਕਈ ਵਾਰ ਪੇਸ਼ਕਸ਼ ਹੋਈ ਪਰ ਇਸ ਨੂੰ ਸਵੀਕਾਰ ਨਹੀਂ ਕੀਤਾ। ਹੁਣ ਸਾਡੀ ਸਤਿਕਾਰਯੋਗ ਹਾਈ ਕਮਾਨ ਨੇ ਦਖਲ ਦਿੱਤਾ। ਮੈਂ ਉਡੀਕ ਕਰਾਂਗਾ। ਸੂਬੇ 'ਚ ਆਪਣੀ ਹੀ ਪਾਰਟੀ ਦੀ ਸਰਕਾਰ ਹੋਣ ਦੇ ਬਾਵਜੂਦ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਪੁਲਿਸ ਅੱਗੇ ਬੇਬਸ ਹੋ ਗਏ ਹਨ। ਰਾਣਾ ਗੁਰਜੀਤ ਸਿੰਘ ਮੁਤਾਬਕ ਉਹਨਾਂ ਦੇ ਹਲਕੇ 'ਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ। ਇਸ ਵਿੱਚ 2 ਪੁਲਿਸ ਮੁਲਾਜ਼ਮਾਂ ਦੀ ਵੀ ਸ਼ਮੂਲੀਅਤ ਹੈ। ਉਹਨਾਂ ਇਸ ਬਾਰੇ ਜ਼ਿਲ੍ਹੇ ਦੇ SSP ਨੂੰ ਸੂਚਨਾ ਦਿੱਤੀ ਪਰ ਕਾਰਵਾਈ ਨਹੀਂ ਹੋਈ। ਰਾਣਾ ਗੁਰਜੀਤ ਸਿੰਘ ਮੁਤਾਬਕ ਉਹ ਸ਼ਰਮਸਾਰ ਹਨ ਕਿ ਆਪਣੀ ਹੀ ਸਰਕਾਰ ਦੇ ਹੋਣ ਦੇ ਬਾਵਜੂਦ ਉਹ ਨਸ਼ਾ ਤਸਕਰਾਂ ਤੇ ਕਾਰਵਾਈ ਨਹੀਂ ਕਰਵਾ ਸਕਦੇ। ਪੰਜਾਬ ਪੁਲਿਸ ਵੱਲੋਂ ਅਕਸਰ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਨਸ਼ਾ ਤਸਕਰਾਂ ਦੀ ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ ਤੇ ਲੋਕ ਨਸ਼ਾ ਤਸਕਰਾਂ ਦੀ ਬੇਝਿਜਕ ਹੋ ਕੇ ਪੁਲਿਸ ਨੂੰ ਸੂਚਨਾ ਦੇ ਸਕਦੇ ਨੇ। ਪਰ ਕਪੂਰਥਲਾ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਸ ਨੇ ਪੁਲਿਸ ਦੀ ਕਹਿਣੀ ਤੇ ਕਰਨੀ ਉੱਤੇ ਸਵਾਲ ਖੜੇ ਕਰ ਦਿੱਤੇ ਨੇ। ਅਸਲ ਵਿੱਚ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਜ਼ਿਲ੍ਹੇ ਦੇ SSP ਉੱਤੇ ਗੰਭੀਰ ਆਰੋਪ ਲਗਾਏ ਨੇ। ਮੀਡੀਆ ਨਾਲ ਗੱਲਬਾਤ ਦੌਰਾਨ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਸ਼ਰਮ ਆ ਰਹੀ ਹੈ ਕਿ ਉਹਨਾਂ ਦੇ ਹਲਕੇ ਵਿੱਚ ਲਗਾਤਾਰ ਨਸ਼ਾ ਵਿਕ ਰਿਹਾ ਹੈ ਅਤੇ ਉਹਨਾਂ ਵੱਲੋਂ ਇਹ ਮਾਮਲਾ SSP ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਰਾਣਾ ਗੁਰਜੀਤ ਨੇ ਨਸ਼ਾ ਤਸਕਰਾਂ ਨਾਲ ਸਾਂਝ ਰੱਖਣ ਵਾਲੇ ਕੁਝ ਪੁਲਿਸ ਮੁਲਾਜ਼ਮਾਂ ਦੇ ਨਾਮ ਵੀ ਪੁਲਿਸ ਅਧਿਕਾਰੀਆਂ ਨੂੰ ਦੱਸੇ ਨੇ। ਇਹ ਮੈਂ ਸਮਝਦਾ ਪੁਲਿਸ ਦੀ ਢਿੱਲ ਆ ਔਰ ਇਹ ਗੱਲ ਲੋਕ ਧੋਤੜੀਆਂ ਮਾਰ ਰੋ ਰਹੇ ਕਿ ਵੀ ਇਹ ਕੰਮ ਕਰੋ। ਔਰ ਮੈਂ SSP ਦੀ ਨੋਟਿਸ ਵੀ ਲੈਂਦਾ ਪਰ ਅੱਜ ਮੇਰੇ ਕੋਲ ਬੰਦੇ ਆਏ ਸੀਗੇ ਕਹਿੰਦੇ ਵੀ ਮੇਰਾ ਮੁੰਡਾ ਤਾਂ ਨਸ਼ਾ ਖਾਂਦਾ ਆ ਉੱਤੇ ਪਰਚਾ ਹੋ ਗਿਆ। ਮੈਂ ਕਿਹਾ ਵੀ ਮੈਂ ਤੇਰੀ ਸਿਫਾਰਿਸ਼ ਨਹੀਂ ਕਰਨੀ। ਉਹ ਕਹਿੰਦਾ ਜੀ ਜਿਹੜਾ ਪੈਸੇ ਦੇ ਦਿੰਦਾ ਉਹ ਬਚ ਜਾਂਦਾ, ਜਿਹੜਾ ਪੈਸੇ ਨਹੀਂ ਦਿੰਦਾ ਉਹਨੂੰ ਖਾਣ ਵਾਲੇ ਨੂੰ ਫੜ ਕੇ ਅੰਦਰ ਦਿੰਦੇ ਨੇ, ਵੇਚਣ ਵਾਲਾ ਬਚ ਜਾਂਦਾ। ਮੈਂ SSP ਦੇ ਨੋਟਿਸ ਪਹਿਲਾਂ ਵੀ ਲਿਆਂਦਾ ਸੀ ਔਰ ਮੈਂ ਅੱਜ ਵੀ SSP ਨੂੰ ਤੁਹਾਡੇ ਤੋਂ ਪਹਿਲਾਂ ਹੀ ਇੱਕ
WhatsApp ਕਰਕੇ ਹਟਿਆ। 2 ASI ਆ, ਇੱਕ ਦਾ ਨਾਮ ਕੁਲਦੀਪ ਸਿੰਘ ਆ, ਦੂਜਾ ਭੁਪਿੰਦਰ ਸਿੰਘ। ਇਹਨਾਂ ਦੇ ਉੱਤੇ ਸਿੱਧੇ ਸਿੱਧੇ ਉਹਨੇ ਆਰੋਪ ਲਾਏ ਆ। ਔਰ ਮੈਂ ਕਹਿੰਦਾ ਕਿ ਵੀ ਐਜ਼ MLA ਮੈਨੂੰ ਸ਼ਰਮ ਆ ਰਹੀ ਆ ਕਿ ਮੇਰੇ ਹਲਕੇ 'ਚ ਡਰੱਗ ਵਿਕੇ, SSP ਨੂੰ ਕਹਿਣ ਦੇ ਬਾਅਦ ਵੀ ਕੋਈ ਐਕਸ਼ਨ ਨਾ ਹੋਵੇ, ਇਹ ਤੋਂ ਮਾੜਾ ਕੰਮ ਨਹੀਂ ਹੋ ਸਕਦਾ। ਔਰ ਸਾਡੀ ਸਰਕਾਰ ਵਚਨਬੱਧ ਆ ਕਿ ਅਸੀਂ ਨਸ਼ਾ ਮੁਕਤ ਕਰਨਾ, ਲੇਕਿਨ ਸਰਕਾਰ ਇਕੱਲੀ ਕੀ ਕਰੂ ਜਦ ਤੱਕ ਪੁਲਿਸ ਸਾਥ ਨਹੀਂ ਦਿੰਦੀ। ਇੱਕ ਸਬ ਇੰਸਪੈਕਟਰ ਆ, ਮੈਂ ਉਹਨੂੰ ਨਾਂ ਨਹੀਂ ਲੈਣਾ, ਚੰਗੇ ਨਹੀਂ ਲੱਗੇਦਾ, ਤੇ SSP ਦੀ ਮੈਂ ਨਜ਼ਰ 'ਚ ਵੀ ਲਿਆਇਆ। ਮੈਂ ਕਿਹਾ ਇਹ ਬੰਦਾ ਸੁਭਾਨਪੁਰ ਤੋਂ ਚੌਂਕੀ ਇੰਚਾਰਜ ਇਸ ਲਈ ਬਦਲਵਾਇਆ ਸੀ ਮੈਂ ਕਿ ਇਹਦਾ ਜਿਹੜਾ ਪ੍ਰਾਈਵੇਟ ਡਰਾਈਵਰ ਰੱਖਿਆ ਸੀ, ਉਹ ਡਰਾਈਵਰ ਕਲੈਕਸ਼ਨ ਕਰਦਾ ਹੁੰਦਾ ਸੀ ਪੈਸੇ ਦੀ, ਤੇ ਫਿਰ ਵੀ ਹਾਲੇ ਕੁਝ ਨਹੀਂ ਹੋ ਰਿਹਾ। ਬਟ ਚਲੋ, ਇਹ ਹੁੰਦਾ ਕਈ ਦਫਾ SSP ਦੀ ਵੀ ਮਜਬੂਰੀ ਹੋ ਸਕਦੀ ਹੈ। ਰਾਣਾ ਗੁਰਜੀਤ ਦੇ ਇਹਨਾਂ ਇਲਜ਼ਾਮਾਂ ਨਾਲ ਇੱਕ ਵਾਰ ਫਿਰ ਸਾਬਿਤ ਹੋ ਗਿਆ ਕਿ ਸੂਬੇ 'ਚ ਕਾਂਗਰਸ ਦੀ ਸਰਕਾਰ ਹੋਣ ਦੇ ਬਾਵਜੂਦ ਪਾਰਟੀ ਦੇ ਵਿਧਾਇਕਾਂ ਦੀ ਪੁਲਿਸ ਅਧਿਕਾਰੀਆਂ ਅੱਗੇ ਸੁਣਵਾਈ ਨਹੀਂ ਹੋ ਰਹੀ। ਇਸ ਦੇ ਨਾਲ ਹੀ ਸੂਬਾ ਸਰਕਾਰ ਵੱਲੋਂ ਪੰਜਾਬ 'ਚ ਨਸ਼ੇ ਦਾ ਲੱਕ ਤੋੜਨ ਦੇ ਦਾਅਵੇ ਵੀ ਗਲਤ ਸਾਬਿਤ ਹੋ ਰਹੇ ਨੇ। ਜੇਕਰ ਕੈਪਟਨ ਦੀ ਸਰਕਾਰ ਬਣਨ ਦੇ 4.5 ਸਾਲ ਬਾਅਦ ਇੱਕ ਵਿਧਾਇਕ ਹੀ ਇਲਜ਼ਾਮ ਲਗਾ ਰਿਹਾ ਕਿ ਉਸ ਦੇ ਹਲਕੇ 'ਚ ਸ਼ਰੇਆਮ ਨਸ਼ਾ ਵਿਕ ਰਿਹਾ ਹੈ, ਤਾਂ ਕੈਪਟਨ ਦੇ ਦਾਅਵਿਆਂ ਉੱਤੇ ਵੀ ਸਵਾਲੀਆ ਨਿਸ਼ਾਨ ਲੱਗਣਾ ਸੁਭਾਵਿਕ ਹੀ ਹੈ। ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਕੋਰੋਨਾ ਦਾ ਇਲਾਜ ਕਰ ਰਹੇ ਹਸਪਤਾਲਾਂ ਵਿੱਚ ਕੈਮਰੇ ਲਗਵਾਉਣ ਨੂੰ ਯਕੀਨੀ ਬਣਾਉਣ ਲਈ ਕਿਹਾ। ਬੈਂਸ ਨੇ ਲੋਕਾਂ ਨੂੰ ਮਹਿੰਗੇ ਇਲਾਜ ਤੋਂ ਰਾਹਤ ਦੇਣ ਦੀ ਵੀ ਮੰਗ ਕੀਤੀ। ਜਲੰਧਰ ਵਿਖੇ ਪੱਤਰਕਾਰਾਂ ਨਾਲ ਗੱਲ ਕਰ ਰਹੇ ਬੈਂਸ ਨੇ ਕਿਹਾ, ਪੰਜਾਬ ਦੇ ਨਿੱਜੀ ਤੇ ਚੈਰੀਟੇਬਲ ਹਸਪਤਾਲ ਕੋਰੋਨਾ ਦੇ ਨਾਮ ਉੱਤੇ ਮਰੀਜ਼ਾਂ ਦੀ ਸ਼ਰੇਆਮ ਲੁੱਟ ਕਰ ਰਹੇ ਹਨ। ਸਰਕਾਰ ਨੂੰ ਇਹਨਾਂ ਹਸਪਤਾਲਾਂ ਤੇ ਲਗਾਮ ਕੱਸਣੀ ਚਾਹੀਦੀ ਹੈ ਤਾਂ ਕਿ ਗਰੀਬ ਤੋਂ ਗਰੀਬ ਵਿਅਕਤੀ ਵੀ ਜੇਕਰ ਕੋਰੋਨਾ ਤੋਂ ਸੰਕਰਮਿਤ ਹੁੰਦਾ ਹੈ ਤਾਂ ਉਸ ਨੂੰ ਇਲਾਜ ਮਿਲ ਸਕੇ। ਅਸੀਂ ਪੰਜਾਬ ਦੇ ਜਿਹੜੇ ਮੈਡੀਕਲ ਹੱਬ ਹੈਗੇ ਆ, ਲੁਧਿਆਣਾ, ਦਇਆਨੰਦ, CMC, ਫੋਰਟਿਸ, ਪੋਲੋ, ਅੰਮ੍ਰਿਤਸਰ, ਜਲੰਧਰ, ਮੋਹਾਲੀ, ਅਸੀਂ ਉੱਥੋਂ ਇੱਕ ਚਾਰਟ ਤਿਆਰ ਕੀਤਾ, ਕੰਪੈਰੀਜ਼ਨ ਚਾਰਟ, ਕੋਵਿਡ ਮਰੀਜ਼ ਤੇ ਨਾਨ ਕੋਵਿਡ, ਕਿਸੇ ਬਿਮਾਰੀ ਨਾਲ ਪੀੜਤ ਪਰ ਉਹਨੂੰ ਕਰੋਨਾ ਨਹੀਂ ਹੈਗਾ, ਉਹਦੇ ਤੋਂ ਬੈੱਡ ਚਾਰजेस ਕੀ ਆ ਤੇ ਕਰੋਨਾ ਵਾਲੇ ਕੋਲੋਂ ਕੀ ਆ। ਯਾਰ ਇਹ ਕਿੱਥੋਂ ਦਾ ਸਮਾਜਿਕ ਨਿਆਂ। ਆਮ ਬੈੱਡ ਜਿਹੜਾ ਵਿਦਆਊਟ ਆਕਸੀਜਨ, ਵਿਦਆਊਟ ਵੈਂਟੀਲੇਟਰ, ਉਹ 2000 ਰੁਪਏ ਦਾ। ਜੇ ਕੋਈ ਮਰੀਜ਼ ਕਿਸੇ ਹੋਰ ਬਿਮਾਰੀ ਨਾਲ ਪੀੜਤ ਹੈ, ਜਦੋਂ ਕਰੋਨਾ ਦਾ ਨਾਮ ਆ ਗਿਆ ਤੇ ਉਹ ਬੈੱਡ ਹੋ ਗਿਆ 8000 ਦਾ, 10000 ਦਾ। ਆਕਸੀਜਨ ਵਾਲਾ ਬੈੱਡ ਇਸੇ ਤਰੀਕੇ 2400 ਰੁਪਏ ਦਾ ਆਮ ਮਰੀਜ਼ ਵਾਸਤੇ, ਕਰੋਨਾ ਮਰੀਜ਼ ਵਾਸਤੇ ਉਹ ਚਲੇਗਾ 12000 ਦਾ। ਵੈਂਟੀਲੇਟਰ 7-8000 ਦਾ, ਜੇ ਕੋਈ ਕੋਵਿਡ ਵਾਲਾ ਆ ਗਿਆ ਤਾਂ 18 ਤੋਂ 20000 ਰੁਪਏ ਦਾ। ਰੈਮਡੇਸਿਵੀਰ ਇਹਨਾਂ ਨੇ ਗਵਰਨਮੈਂਟ ਨੇ ਬਣਾ ਦਿੱਤਾ, ਹੁਣ ਹਰ ਜ਼ਿਲ੍ਹੇ ਦੇ ਵਿੱਚ ਆਪਣੇ ਇਹਨਾਂ ਨੇ ਕੋਆਰਡੀਨੇਟਰ ਲਾ ਦਿੱਤੇ। ਚੰਗੀ ਗੱਲ ਹੈ, ਮੈਂ ਉਹਦੀ ਤਾਰੀਫ ਕਰਦਾ, ਪਰ ਤੁਸੀਂ ਰੈਮਡੇਸਿਵੀਰ ਦੀ ਕੀਮਤ ਕਿਉਂ ਨਹੀਂ ਤੈਅ ਕਰਦੇ ਹੋ? 1200 ਰੁਪਏ ਦਾ, 1100 ਦਾ, 1400 ਦਾ ਤਕਰੀਬਨ ਟੀਕਾ, ਐਂਡ ਉਹ ਟੀਕਾ ਅੱਜ 4000, 4500, ਮਤਲਬ ਕਿ 3500 ਤੋਂ ਉੱਤੇ ਹਸਪੀਟਲਾਂ ਵਾਲੇ ਚਾਰਜ ਕਰ ਰਹੇ। ਸਰਕਾਰ ਨੇ ਰੇਟ ਕੀ ਤੈਅ ਕੀਤੇ? ਇਹ ਲੋਕ ਠੱਗੀ ਵਾਸਤੇ ਕਿਉਂ ਇਹਨਾਂ ਦਾ ਮੂੰਹ ਪੈ ਗਿਆ? ਸਰਕਾਰ ਨੇ ਰੇਟ ਤੈਅ ਕਰ ਦਿੱਤੇ 10000 ਰੁਪਈਆ ਕੋਵਿਡ ਮਰੀਜ਼ ਲਈ ਆਮ ਬੈੱਡ, ਜਿਹਦੇ ਤੇ ਕੋਈ ਆਕਸੀਜਨ ਨਹੀਂ ਹੈਗੀ, 15000 ਰੁਪਈਆ ਆਕਸੀਜਨ ਬੈੱਡ, 18000 ਰੁਪਈਆ ਵੈਂਟੀਲੇਟਰ ਬੈੱਡ। ਇਹ ਸਰਕਾਰ ਰੇਟ ਤੈਅ ਕਰਨ ਲੱਗਿਆ ਕਿਹੜੇ ਲੋਕਾਂ ਨੂੰ ਫਾਇਦਾ ਦੇਣ ਲੱਗੀ ਹੈ? ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਲੋਕ ਲਿਖ ਰਹੇ ਆ ਕਿ ਵੱਡੇ ਹਸਪੀਟਲਾਂ ਦੇ ਵਿੱਚ ਵੱਡੀਆਂ ਰਾਜਨੀਤਿਕ ਪਾਰਟੀਆਂ ਦੇ ਵੱਡੇ ਆਗੂਆਂ ਦੇ ਹਿੱਸੇ ਆ, ਇਹ ਗੱਲ ਸਾਫ਼ ਤੇ ਸਪਸ਼ਟ ਹੋ ਗਈ। ਜਲੰਧਰ 'ਚ ਇੱਕ ਔਰਤ ਨੇ ਆਪਣੇ ਪਤੀ ਉੱਤੇ ਭਾਬੀ ਨਾਲ ਨਾਜਾਇਜ਼ ਸੰਬੰਧ ਰੱਖਣ ਦੇ ਆਰੋਪ ਲਗਾਏ ਹਨ। ਔਰਤ ਨੇ ਉਹਨਾਂ ਦੋਵਾਂ ਨੂੰ ਰੰਗਲੀਆਂ ਮਨਾਉਂਦੇ ਹੋਏ ਰੰਗੇ ਹੱਥੀਂ ਕਾਬੂ ਕਰਨ ਦਾ ਦਾਅਵਾ ਵੀ ਕੀਤਾ ਹੈ। ਹਸਪਤਾਲ 'ਚ ਭਰਤੀ ਔਰਤ ਮੁਤਾਬਕ ਉਸਦੇ ਪਤੀ ਤੇ ਭਾਬੀ ਨੇ ਉਸ ਨਾਲ ਕੁੱਟਮਾਰ ਵੀ ਕੀਤੀ ਅਤੇ ਉਸਦੇ ਪੇਕੇ ਪਰਿਵਾਰ ਨੇ ਮੌਕੇ ਤੇ ਪਹੁੰਚ ਕੇ ਉਸ ਨੂੰ ਬਚਾਇਆ। ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਦਿਓਰ ਭਰਜਾਈ ਦਾ ਰਿਸ਼ਤਾ ਮਾਂ ਤੇ ਪੁੱਤ ਦੇ ਰਿਸ਼ਤੇ ਵਾਂਗ ਪਵਿੱਤਰ ਮੰਨਿਆ ਜਾਂਦਾ ਹੈ, ਪਰ ਜਲੰਧਰ 'ਚ ਇੱਕ ਦਿਓਰ ਭਰਜਾਈ ਨੇ ਇਸ ਰਿਸ਼ਤੇ ਦੀ ਮਰਿਆਦਾ ਨੂੰ ਤਾਰ-ਤਾਰ ਕਰ ਦਿੱਤਾ ਹੈ। ਮਾਮਲਾ ਜਲੰਧਰ ਦੇ ਉਪਕਾਰ ਨਗਰ ਇਲਾਕੇ ਦਾ ਹੈ। ਇੱਥੋਂ ਦੀ ਰਹਿਣ ਵਾਲੀ ਸਾਰਿਕਾ ਨੇ ਇਲਜ਼ਾਮ ਲਗਾਇਆ ਕਿ ਉਸਦੇ ਪਤੀ ਗੌਰਵ ਦੇ ਆਪਣੀ ਭਾਬੀ ਨਾਲ ਨਾਜਾਇਜ਼ ਸੰਬੰਧ ਨੇ। ਗੌਰਵ ਰੋਜ਼ ਘਰ ਤੋਂ ਦਫ਼ਤਰ ਲਈ ਨਿਕਲਦਾ ਸੀ, ਪਰ ਦਫ਼ਤਰ ਦੀ ਥਾਂ ਆਪਣੀ ਭਾਬੀ ਦੇ ਘਰ ਪਹੁੰਚ ਜਾਂਦਾ ਸੀ। ਸਾਰਿਕਾ ਮੁਤਾਬਕ ਉਸਨੇ ਆਪਣੇ ਪਤੀ ਤੇ ਭਾਬੀ ਨੂੰ ਰੰਗੇ ਹੱਥੀਂ ਕਾਬੂ ਕੀਤਾ ਹੈ, ਪਰ ਉਹਨਾਂ ਨੇ ਉਸ ਨਾਲ ਕੁੱਟਮਾਰ ਕਰਨੀ ਆਰੰਭ ਕਰ ਦਿੱਤੀ। ਹੁਣ ਸਾਰਿਕਾ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਮੈਨੂੰ ਨਾ ਮੇਰੇ
ਹਸਬੈਂਡ ਰੋਜ਼ ਕਹਿ ਕੇ ਜਾਂਦੇ ਹੁੰਦੇ ਸੀਗੇ ਕਿ ਮੈਂ ਆਫਿਸ ਚੱਲਾਂ। ਮੈਂ ਥੋੜ੍ਹੇ ਦਿਨਾਂ ਤੋਂ ਪੇਕੇ ਰਹਿ ਰਹੀ ਸੀ ਨਾ, ਮੈਨੂੰ ਉਹ ਕਹਿ ਕੇ ਜਾਂਦੇ ਸੀ ਕਿ ਮੈਂ ਆਫਿਸ ਚੱਲਾਂ। ਅੱਜ ਮੈਂ ਉਹਨਾਂ ਨੂੰ ਰੰਗੇ ਹੱਥ ਫੜ ਲਿਆ। ਉਹ ਆਫਿਸ ਨਹੀਂ ਗਏ ਸੀ, ਘਰੇ ਸੀ। ਉਹਨਾਂ ਦੀ ਭਰਜਾਈ ਦੇ ਨਾਲ ਵੀ ਥੋੜ੍ਹਾ ਚੱਕਰ ਚੱਲ ਰਿਹਾ। ਮੈਨੂੰ ਸ਼ੱਕ ਸੀਗਾ ਪਹਿਲੇ ਦਾ, ਪਰ ਅੱਜ ਮੈਂ ਦੇਖ ਲਿਆ ਰੰਗੇ ਹੱਥ। ਫਿਰ ਉਹਨਾਂ ਨੇ, ਮੇਰੀ ਸੱਸ ਨੇ ਕਾਂਤਾ ਸਚਦੇਵਾ ਜਿਨ੍ਹਾਂ ਦਾ ਨਾਮ ਆ, ਉਹਨਾਂ ਨੇ ਮੈਨੂੰ ਮਾਰਿਆ ਕੁੱਟਿਆ। ਗੌਰਵ ਨੇ ਮੈਨੂੰ ਮਾਰਿਆ, ਮਮਤਾ ਨੇ ਮੈਨੂੰ ਮਾਰਿਆ। ਉਹਨਾਂ ਨੇ ਜੋ ਮਮਤਾ ਦੇ ਜਿਹੜੇ ਡੈਡੀ ਆ ਨਾ ਚਰਨਜੀਤ, ਉਹ ਵੀ ਗਾਲਾਂ ਕੱਢਦੇ ਆ, ਗਾਲਾਂ ਗੂਲਾਂ ਕੱਢਦੇ ਆ ਮੈਨੂੰ। ਤੇ ਬਸ ਮੇਰਾ ਗਲਾ ਵੀ ਦਬਾਤਾ ਗੌਰਵ ਨੇ। ਤੇ ਅੱਜ ਮੈਂ ਮਰਨੋਂ ਬਚੀ ਆ। ਮੇਰਾ ਭਰਾ ਮਸੀਂ ਪਹੁੰਚਿਆ, ਨਹੀਂ ਤਾਂ ਅੱਜ ਮੈਂ ਮਰਨੋਂ ਮਰ ਜਾਣਾ ਸੀਗਾ ਬਿਲਕੁਲ ਵੀ। ਮੇਰੀ ਇੱਕ ਮਾਸੀ ਔਰ ਦੀਦੀ ਹੈਗੇ, ਉਹ ਵੀ ਮੈਨੂੰ ਬਚਾਉਣ ਵਾਸਤੇ ਮਸੇ 1 ਮਿੰਟ ਦਾ ਫਰਕ ਸੀਗਾ ਬਚਣ ਦਾ। ਅਸੀਂ ਬਚੀ ਆ ਫਰਕ। ਇਹਨੂੰ ਡਾਊਟ ਸੀਗਾ ਕਿ ਵੀ ਮੇਰੀ ਇਹਦੇ ਭਰਜਾਈ ਨਾਲ ਚੱਕਰ ਚੱਲਦਾ ਪਿਆ ਆ। ਇਹਨੇ ਅੱਜ ਜਦੋਂ ਫੜਿਆ ਤੇ ਉਹ ਦੋਨੇ ਲੇਟੇ ਹੋਏ ਸੀ ਤੇ ਭਰਜਾਈ ਉਹਨਾਂ ਦੀ ਨਾਲ ਸੀਗੀ ਤੇ ਮੰਮੀ ਉਹਨਾਂ ਦੀ ਨਾਲ ਦੂਜੇ ਕਮਰੇ 'ਚ ਬੈਠੀ ਸੀ। ਜਦੋਂ ਇਹਨੇ ਫੜਿਆ ਤੇ ਉਹਨਾਂ ਨੇ ਮਾਰ ਕੁਟਾਈ ਸ਼ੁਰੂ ਕਰਤੀ। ਜਿਹੜੇ ਰਿਲੇਸ਼ਨ 'ਚ ਸੀਗੇ ਕੁੜੀ ਲੜਕੀ, ਹਾਂਜੀ ਉਹਨੇ ਵੀ ਕੁਟਾਈ ਸ਼ੁਰੂ, ਹਾਂਜੀ ਨਹੀਂ ਮੁੰਡੇ ਦੀ, ਹਾਂਜੀ ਉਹਦੇ ਹਸਬੈਂਡ ਦੀ ਭਰਜਾਈ ਆ। ਠੀਕ ਆ ਜੀ। ਫਿਰ ਇਹਨੂੰ ਦਬੋਚ ਲਿਆ। ਉਹ ਅਸੀਂ ਨਾ ਪਹੁੰਚਦੇ ਟਾਈਮ ਤੇ ਉੱਥੇ ਤੇ ਉਹਨਾਂ ਨੇ ਮਾਰ ਸੁੱਟਣੀ ਸੀ ਕੁੜੀ ਸਾਡੀ। ਇਹਨਾਂ ਦੇ ਘਰੇ ਹੀ ਹੋਇਆ? ਉਹਨਾਂ ਦੇ ਮੁੰਡੇ ਦੇ ਘਰੇ ਹੋਇਆ ਜੀ ਸਭ ਕੁਝ। ਇਹਨੇ ਮੌਕੇ ਤੇ ਦੋਨੇ ਹੀ ਫੜ ਲਏ। ਇਸ ਘਟਨਾ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਹੈ, ਜਿਸ ਮਗਰੋਂ ਪੁਲਿਸ ਨੇ ਆਪਣੀ ਜਾਂਚ ਪੜਤਾਲ ਆਰੰਭ ਦਿੱਤੀ ਹੈ। ਉਪਕਾਰ ਨਗਰ ਦੀ ਰਹਿਣ ਵਾਲੀ ਇੱਕ ਲੜਕੀ ਸੀਗੀ, ਸਾਰਿਕਾ ਨਾਂ ਆ ਉਹਦਾ, ਤੇ ਉਹਦੇ ਹਸਬੈਂਡ ਦਾ ਨਾਮ ਹੈ। ਸਾਨੂੰ ਉਹਨਾਂ ਨੇ MLR ਭੇਜੀ ਸੀਗੀ ਤੇ MLR ਦੇ ਵਿੱਚ ਕੋਈ ਸੱਟਾਂ ਲੱਗਣੀਆਂ ਪਈਆਂ ਗਈਆਂ। ਬਾਕੀ ਸਵੇਰ ਨੂੰ ਅਸੀਂ ਉਹਦਾ ਬਿਆਨ ਹਾਸਲ ਕਰਕੇ ਜੇ ਅਸੀਂ ਕਰਦੇ ਹੋਊਗੀ ਇਹਦੇ ਨਾਲ ਥੋੜ੍ਹਾ ਕੁੜੀ ਦੇ ਆਪਣੇ ਸਹੁਰਿਆਂ ਦੇ ਨਾਲ ਜਿਹੜਾ ਉਹਦੇ ਕੋਈ ਮਤਭੇਦ ਹੈਗੇ, ਉਹਨਾਂ ਨੂੰ ਥੋੜ੍ਹਾ ਲੜਾਈ ਝਗੜਾ ਨਾ ਕੀਤਾ ਆਪਣੇ ਸਹੁਰੇ ਪਰਿਵਾਰ ਨਾਲ ਜਾ ਕੇ। ਬਾਕੀ ਜਦੋਂ ਅਸੀਂ ਉਹਦੀ ਸਟੇਟਮੈਂਟ ਲਿਖਾਂਗੇ ਉਹ ਸਾਰੀ ਗੱਲ ਸਾਹਮਣੇ ਆ। ਇਹ ਤੋਂ ਪਹਿਲਾਂ ਵੀ ਸਾਡੇ ਕੋਲ ਇੱਥੇ ਸਬ ਇੰਸਪੈਕਟਰ ਹੈਗੇ ਮਨਪ੍ਰੀਤ ਮੈਡਮ, ਉਹਨਾਂ ਕੋਲ ਵੀ ਉਹਨਾਂ ਦੀ ਕੰਪਲੇਂਟ ਚੱਲਦੀ ਸੀਗੀ 2-3 ਦਿਨ ਪਹਿਲਾਂ ਵੀ। ਤੇ ਉਹ ਸਾਰੇ ਇਕੱਠੇ ਕਰਕੇ ਅਸੀਂ ਇੱਕ ਜਗ੍ਹਾ ਹੀ ਉਹਨਾਂ ਨੂੰ ਪਤਾ ਕਰਤਾ। ਪੁਲਿਸ ਹੁਣ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ ਗੌਰਵ ਤੇ ਉਸ ਦੀ ਭਾਬੀ ਦਾ ਪੱਖ ਵੀ ਜਾਣਿਆ ਜਾਵੇਗਾ। ਪੁਲਿਸ ਅਧਿਕਾਰੀਆਂ ਮੁਤਾਬਕ ਸਾਰਿਕਾ ਦਾ ਪਹਿਲੇ ਵੀ ਗੌਰਵ ਨਾਲ ਵਿਵਾਦ ਚੱਲ ਰਿਹਾ ਹੈ, ਇਸ ਲਈ ਮਾਮਲੇ ਦੀ ਡੂੰਘਾਈ ਨਾਲ ਜਾਂਚ ਮਗਰੋਂ ਹੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬਰਨਾਲਾ ਜ਼ਿਲ੍ਹਾ ਦੇ ਪਿੰਡ ਜੋਧਪੁਰ ਚੀਮਾ ਦੇ ਨੌਜਵਾਨ ਪ੍ਰਗਟ ਸ਼ਰਮਾ ਦਾ ਮਨੀਲਾ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਪ੍ਰਗਟ ਸ਼ਰਮਾ ਪਿਛਲੇ ਕਰੀਬ 12 ਸਾਲ ਤੋਂ ਮਨੀਲੇ ਦੇ ਸ਼ਹਿਰ ਸੀਬੂ ਵਿੱਚ ਆਪਣੀ ਪਤਨੀ ਤੇ 2 ਬੱਚਿਆਂ ਸਮੇਤ ਰਹਿ ਰਿਹਾ ਸੀ। ਉੱਥੇ ਉਸ ਦਾ ਫਾਈਨਾਂਸ ਦਾ ਕਾਰੋਬਾਰ ਸੀ। ਪ੍ਰਗਟ ਦੀ ਮੌਤ ਦੀ ਖਬਰ ਮਿਲਦਿਆਂ ਹੀ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ। ਉਸ ਦੇ ਪਰਿਵਾਰ ਨੇ ਭਾਰਤ ਅਤੇ ਮਨੀਲਾ ਦੀਆਂ ਸਰਕਾਰਾਂ ਨੂੰ ਮ੍ਰਿਤਕ ਦੇ ਪਿੰਡ ਲਿਆਉਣ ਵਿੱਚ ਮਦਦ ਕਰਨ ਦੀ ਅਪੀਲ ਕੀਤੀ ਹੈ। ਜੀ ਭਰਾ ਮੇਰਾ ਛੋਟਾ ਸੀ, ਪ੍ਰਗਟ ਸ਼ਰਮਾ ਨਾਮ ਸੀ। 2008 ਤੋਂ ਲੈ ਕੇ ਫਿਲੀਪੀਨ 'ਚ ਰਹਿੰਦਾ ਸੀ। ਸਵੇਰੇ ਇਹ ਕੰਮ 'ਤੇ ਗਿਆ ਹੈਗਾ, ਉੱਥੋਂ ਦੇ 9:30 ਵਜੇ ਸੀ, ਆਪਣੇ ਇੰਡੀਆ ਦੇ 7 ਵਜੇ ਉਹ। ਤੇ ਰਸਤੇ 'ਚ ਹੋਲਡ ਪੁਰਾਣੇ ਦੇ ਗੋਲੀਆਂ ਚਲਾਈਆਂ ਨੇ, 3 ਗੋਲੀਆਂ ਚਲਾਈਆਂ। ਇੱਕ ਦੇ ਪੱਟ 'ਚ ਲੱਗੀ ਆ, ਇੱਕ ਲੱਤ 'ਚ ਲੱਗੀ ਆ, ਤੀਸਰੀ ਦੇ ਸਿਰ 'ਚ ਲੱਗ ਗਈ। ਉਸ ਤੋਂ ਬਾਅਦ ਉਹ ਗੋਲੀਆਂ ਮਾਰ ਕੇ ਭੱਜ ਗਏ ਉੱਥੋਂ। ਫਿਰ ਉਸ ਤੋਂ ਬਾਅਦ ਆਪਣੇ ਇੰਡੀਅਨ ਬੰਦਾ ਉੱਧਰ ਕੋਈ ਕੰਮ 'ਤੇ ਆਇਆ ਸੀ, ਉਹਨਾਂ ਨੂੰ ਰੌਲਾ ਪੈ ਗਿਆ। ਉਹਨਾਂ ਨੇ ਆ ਕੇ ਹਸਪੀਟਲ ਲੈ ਗਏ। ਹਸਪੀਟਲ 'ਚ ਜਾਣ ਤੋਂ 3 ਮਿੰਟ ਬਾਅਦ ਉਹਨਾਂ ਨੇ ਐਕਸਪਾਇਰ ਦੱਸੇ ਵੀ ਡੈਥ ਹੋ ਗਈ। 2 ਬੱਚੇ ਆ ਜਿਹਦੇ, ਦੋਨੇ ਬੱਚੇ ਉੱਧਰ ਹੀ ਨੇ, ਪੜ੍ਹਦੇ ਸੀ। ਅਸੀਂ ਸਰਕਾਰ ਨੂੰ ਕਹਿੰਦੇ ਵੀ ਉਹ ਦੋਸ਼ੀ ਨੂੰ ਸਜ਼ਾ ਦਿੱਤੀ ਜਾਵੇ, ਉਹਦੀ ਲਾਸ਼ ਸਾਡੇ ਘਰੇ ਪਹੁੰਚਾਈ ਜਾਵੇ ਇੱਥੇ ਸਾਡੇ ਪਿੰਡ ਜੋਧਪੁਰ ਵਿੱਚ। ਇਹ ਸੀ ਅੱਜ ਦੀਆਂ ਮੁੱਖ ਖਬਰਾਂ। ਆਓ ਜਾਂਦੇ ਝਾਤ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ। ਦੇਸ਼ 'ਚ ਕੋਰੋਨਾ ਦਾ ਪ੍ਰਕੋਪ ਜਾਰੀ। ਪਿਛਲੇ 24 ਘੰਟਿਆਂ ਦੌਰਾਨ 2,57,299 ਨਵੇਂ ਕੇਸ ਆਏ ਸਾਹਮਣੇ। 4,194 ਲੋਕਾਂ ਦੀ ਮੌਤ। ਵੈਕਸੀਨ ਦੀ ਕਮੀ ਕਾਰਨ ਦਿੱਲੀ 'ਚ 18+ ਦਾ ਟੀਕਾਕਰਨ ਹੋਵੇਗਾ ਬੰਦ। ਰਾਜੇਵਾਲ ਨੇ ਘੇਰੇ ਕਿਸਾਨ ਅੰਦੋਲਨ ਨੂੰ ਕੋਰੋਨਾ ਸੁਪਰ ਸਪਰੈਡਰ ਦੱਸਣ ਵਾਲੇ ਭਾਜਪਾ ਲੀਡਰ। ਰਾਜੇਵਾਲ ਨੇ ਕਿਹਾ, ਕੋਰੋਨਾ ਨਾਲ ਨਜਿੱਠਣ ਲਈ ਕਿਸਾਨਾਂ ਦੀ ਸਰਕਾਰ ਤੋਂ ਵੱਧ ਤਿਆਰੀ। ਖੇਤੀ ਕਾਨੂੰਨ ਰੱਦ ਕਰਨ ਲਈ ਸਰਕਾਰ ਨੂੰ ਦੁਬਾਰਾ ਗੱਲਬਾਤ ਸ਼ੁਰੂ ਕਰਨ ਨੂੰ ਕਿਹਾ। ਤ੍ਰਿਪਤ ਰਜਿੰਦਰ ਬਾਜਵਾ ਦੇ ਬਿਆਨ ਤੇ ਭੜਕੇ ਪੰਜਾਬ ਦੇ ਕਿਸਾਨ। ਕਈ ਥਾਈਂ ਫੂਕੇ ਬਾਜਵਾ ਤੇ ਸਰਕਾਰ ਦੇ ਪੁਤਲੇ। ਬਾਜਵਾ ਨੇ ਪਿੰਡਾਂ 'ਚ ਕੋਰੋਨਾ ਵਧਣ ਦਾ ਭਾਂਡਾ ਭੰਨਿਆ ਸੀ ਕਿਸਾਨਾਂ ਸਿਰ। ਨਵਜੋਤ ਸਿੰਘ ਸਿੱਧੂ ਨੇ ਦਿੱਤੀ ਕੈਪਟਨ ਨੂੰ ਇੱਕ ਹੋਰ ਚੁਣੌਤੀ। ਸਿੱਧੂ ਨੇ ਕਿਹਾ ਕਿ ਜੇਕਰ ਉਨ੍ਹਾਂ ਕਿਸੇ ਹੋਰ ਪਾਰਟੀ ਦੇ ਆਗੂ ਨਾਲ ਮੁਲਾਕਾਤ ਕੀਤੀ ਤਾਂ ਕੈਪਟਨ ਕਰਨ ਇਸ ਨੂੰ ਸਾਬਤ। ਸਿੱਧੂ ਮੁਤਾਬਕ ਕਾਂਗਰਸ ਛੱਡਣ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ। ਅਤੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਆਪਣੇ ਹਲਕੇ 'ਚ ਨਸ਼ਾ ਵਿਕਣ ਦਾ ਕੀਤਾ ਖੁਲਾਸਾ। ਰਾਣਾ ਮੁਤਾਬਕ ਪੰਜਾਬ ਦੇ 2 ਪੁਲਿਸ ਮੁਲਾਜ਼ਮ ਵੀ ਨਸ਼ਾ ਤਸਕਰੀ 'ਚ ਸ਼ਾਮਲ।
ਇਸ ਦੇ ਨਾਲ ਹੀ ਆਪਣੇ ਜਤਿੰਦਰ ਨੂੰ ਦਿਓ ਇਜਾਜ਼ਤ ਤੇ ਦੇਖਦੇ ਰਹੋ TV ਪੰਜਾਬ।